ਜੀ ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ। ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੋਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜੂਰ ਨੇ ਸਾਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕਰ ਰਹੇ ਹਨ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਸ਼੍ਰੀ ਗੁਰ ਹਰਿ ਗੋਬਿੰਦ ਕੇ ਨੰਦਨ ਬੰਦਨ ਜੋਗ। ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧਰਮਵੀਰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਛੇਰ ਪੁੱਤਰ
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਬੰਦਨਾ ਕਰਨ ਯੋਗ ਹਨ, ਤੇਗ ਬਹਾਦਰ ਧਰਮ ਧੁਰ, ਸਦਾ ਰਹਿ ਬ੍ਰਿਤ ਜੋਗ। ਧੰਨ ਧੰਨ ਜਾਗਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਦੇ ਧੁਰ ਹਨ, ਭਾਵ ਧਰਮ ਦਾ ਆਸਰਾ ਹਨ, ਤੇ ਸਦਾ ਹੀ ਇੱਕ ਰਸ ਜਿਨ੍ਹਾਂ ਦੀ ਬ੍ਰਿਤੀ ਆਪਣੇ ਨਿਜ ਸਰੂਪ ਵਿੱਚ ਜੁੜੀ ਰਹਿੰਦੀ ਹੈ। ਸਾਧ ਸੰਗਤ ਜੀ ਵੱਡੇ ਭਾਗ ਹਨ ਜੋ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਹਜੂਰ ਨੇ ਕਿਰਪਾ ਕਰਕੇ ਆਰੰਭ ਕਰਵਾਈ ਸੀ। ਅੱਜ ਹਜੂਰ ਦੀ ਕਿਰਪਾ ਦੇ ਨਾਲ ਧਨਾਸਰੀ ਰਾਗ ਵਿੱਚ ਕਥਾ ਚੱਲ ਰਹੀ ਹੈ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਆਪਣੇ ਲੋਭ ਕੋ ਕੀਨੋ ਮੀਤ। ਇਹ ਜੋ ਹਜੂਰ ਦੀ ਅੰਮ੍ਰਿਤ ਗੁਰਬਾਣੀ ਹੈ, ਸਾਧ ਸੰਗਤ ਜੀ ਕਲਯੁਗੀ ਜੀਵਾਂ ਤੇ ਭਾਵ ਜੋ ਤਪ ਰਹੇ ਹਨ ਹਿਰਦੇ, ਉਹਨਾਂ ਨੂੰ ਠੰਡ ਪਹੁੰਚਾਉਂਦੀ ਹੈ। ਪੱਥਰ ਦਿਲਾਂ ਤੇ ਵੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਅਸਰ ਕਰਦੀ ਹੈ। ਇਹ ਸੰਸਾਰ ਦੀ ਜੋ ਸਚਾਈ ਹੈ, ਮਹਾਰਾਜ ਜੀ ਜਿਸ ਤਰ੍ਹਾਂ ਦੱਸਦੇ ਹਨ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਜਿਸ ਤਰ੍ਹਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਪਣੇ ਲੋਭ ਕਰਕੇ ਜਿਸ ਤਰ੍ਹਾਂ ਦੁਨਿਆਵੀ ਜੀਵਾਂ ਦਾ ਸੁਭਾਅ ਹੁੰਦਾ ਹੈ, ਮਿੱਤਰ ਬਣਾਉਨੇ ਹਾਂ। ਜਿਸ ਸਮੇਂ ਸਾਧ ਸੰਗਤ ਜੀ ਗੁਰੂ ਜੀ ਪਾਸ ਵੀ ਆਉਣੇ ਹਾਂ ਤੇ ਗੁਰੂ ਜੀ ਤੋਂ ਵੀ ਆਪਣੇ ਭਾਵ ਬੰਦਾ ਲੋਭ ਕਰਕੇ ਹੀ ਮੰਗਦਾ ਹੈ, ਮੰਗਣਾ ਵੀ ਚਾਹੀਦਾ ਹੈ ਸਾਧ ਸੰਗਤ ਜੀ, ਹੋਰ ਕਿੱਥੇ ਚਲੇ ਜਾਈਏ। ਪਰ ਮਹਾਰਾਜ ਜੀ ਕਹਿੰਦੇ ਹਨ, ਹਜੂਰ ਐਸੇ ਹਨ, ਪਦਾਰਥ ਦਿੰਦੇ ਵੀ ਹਨ ਪਰ ਵਾਪਸ ਕੁਝ ਨਹੀਂ ਭਾਲਦੇ। ਕਿਉਂਕਿ ਜਿੰਨੇ ਸੰਸਾਰ ਦੇ ਮਿੱਤਰ ਭਾਈ ਕੁਟੰਬ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨ ਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਮਹਾਰਾਜ ਜੀਆਂ ਦੀ ਬਾਣੀ ਫਰਮਾਉਂਦੀ ਹੈ ਕਿ ਸਭ ਆਪਣੇ ਸਵਾਰਥ ਕਰਕੇ ਤੇਰੇ ਨਾਲ ਲੱਗੇ ਹਨ, ਤੇ ਜਿੱਦਣ ਉਹਨਾਂ ਨੂੰ ਤੇਰੇ ਨਾਲੋਂ ਕੋਈ ਕੰਮ ਨਾ ਰਹੇ, ਤੇਰੇ ਨੇੜੇ ਕੋਈ ਨਹੀਂ ਢੁਕਦਾ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਮਿੱਤਰ ਨਹੀਂ ਹਨ। ਹਜੂਰ ਕਹਿੰਦੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਮਿੱਤਰ ਹਨ, ਸਗਲ ਮਨੋਰਥ ਮੁਕਤ ਪਦ ਦੀਤ। ਕਿ ਸਗਲ ਮਨੋਰਥ ਵੀ ਪੂਰੇ ਹੋ ਗਏ ਤਾਂ ਮੁਕਤੀ ਵੀ ਕਾਲ ਪੁਰਖ ਵਾਹਿਗੁਰੂ ਨੇ ਝੋਲੀ ਵਿੱਚ ਪਾ ਦਿੱਤੀ। ਐਸਾ ਮੀਤ ਕਰੋ ਸਭ ਕੋਏ, ਜਾਤੇ ਬ੍ਰਿਥਾ ਕੋਏ ਨਾ ਹੋਏ। ਮਹਾਰਾਜ ਜੀ ਕਹਿੰਦੇ ਹਨ, ਫਿਰ ਐਸਾ ਮਿੱਤਰ ਕਿਉਂ ਨਾ ਕਰੀਏ ਕਿ ਜਿਨ੍ਹਾਂ ਤੋਂ ਭਾਵ ਖਾਲੀ ਕੋਈ ਨਹੀਂ ਜਾਂਦਾ। ਹਜੂਰ ਦੇ ਦਰਬਾਰ ਵਿੱਚ ਆਇਆ ਸਭ ਵਰਸੋਏ ਜਾਂਦੇ ਹਨ, ਭਾਵੇਂ ਕਿਸੇ ਮਕਸਦ ਕਰਕੇ ਆਉਣ, ਚਾਹੇ ਪ੍ਰਸ਼ਾਦਾ ਛਕਣ ਦੇ ਬਹਾਨੇ। ਜੇ ਹਜੂਰ ਸਾਨੂੰ ਗੁਰੂ ਘਰ ਦਰਸ਼ਨ ਦੇ ਦਿੰਦੇ ਹਨ ਤਾਂ ਬੜੇ ਵੱਡੇ ਭਾਗ ਹਨ। ਕਿਉਂਕਿ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਾਤੇ ਬਿਰਥਾ ਕੋਈ ਨਾ ਹੋਏ। ਕਿਉਂਕਿ ਮਹਾਰਾਜ ਜੀਆਂ ਦੇ ਦਰਸ਼ਨ ਸਹਿਤ ਫਲਦੇ ਹਨ ਇਸ ਭਾਲੀ ਕਲਯੁਗ ਦੇ ਸਮੇਂ ਵਿੱਚ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਜੀਆਂ ਦੀ ਜੋ ਨਗਰੀ ਹੈ, ਜਿਸ ਦਾ ਨਾਮ ਇਤਿਹਾਸਕ ਗ੍ਰੰਥਾਂ ਵਿੱਚ ਮਾਖੋਵਾਲ ਵੀ ਆਉਂਦਾ ਹੈ, ਜਿਸ 'ਚ ਮਾਖੋ ਦੈਂਤ ਰਹਿੰਦਾ ਸੀ, ਦੈਂਤਾਂ ਦਾ ਹਜੂਰ ਨੇ ਉਧਾਰ ਕੀਤਾ। ਉਸ ਤੋਂ ਉਪਰੰਤ ਹਜੂਰ ਨੇ ਉਹ ਨਗਰੀ ਵਸਾਈ ਤੇ ਉਸ ਦਾ ਨਾਮ ਚੱਕ ਨਾਨਕੀ ਜਿਸ ਤਰ੍ਹਾਂ ਲਿਖਿਆ ਆਉਂਦਾ ਹੈ, ਮਹਾਰਾਜ ਜੀਆਂ ਨੇ ਫਿਰ ਵਸਾਇਆ। ਉਸ ਤੋਂ ਉਪਰੰਤ ਬਾਜਾਂ ਵਾਲੇ ਪਿਤਾ ਜੀਆਂ ਨੇ ਆ ਕੇ ਫਿਰ ਨਾਮ ਆਨੰਦਪੁਰ ਸਾਹਿਬ ਜਿਸ ਤਰ੍ਹਾਂ ਕੁਝ ਲਿਖਾਰੀ ਲਿਖਦੇ ਹਨ ਕਿ ਰੱਖਿਆ ਹਜੂਰ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਐਸੀ ਜੋਗ ਦੇ ਵਿੱਚ ਬਿਰਤੀ ਰਹਿੰਦੀ ਸੀ, ਭਾਵ ਆਪਣੇ ਨਿਜ ਸਰੂਪ ਵਿੱਚ ਜੁੜੇ ਰਹਿੰਦੇ ਸੀ। ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ 26 ਲਗਭਗ 27 ਸਾਲ ਹਜੂਰ ਨੇ ਉਸ ਜਗ੍ਹਾ ਭੌਰਾ ਸਾਹਿਬ ਵਿੱਚ ਬੈਠ ਕੇ ਹਜੂਰ ਨੇ ਜਿਸ ਤਰ੍ਹਾਂ ਬੰਦਗੀ ਕੀਤੀ ਸੀ। ਉਸ ਤੋਂ ਉਪਰੰਤ ਜਿਸ ਸਮੇਂ ਵੇਖਿਆ ਕਿ ਧੀਰਮਲ ਆਦਿਕ ਹਜੂਰ ਨਾਲ ਜਿਸ ਤਰ੍ਹਾਂ ਖਾਰ ਖਾਂਦੇ ਸਨ, ਜਿਸ ਤਰ੍ਹਾਂ ਹਜੂਰ ਨੇ ਫਿਰ ਉਹ ਵੀ ਨਗਰੀ ਤਿਆਗ ਦਿੱਤੀ, ਆਨੰਦਪੁਰ ਸਾਹਿਬ ਵਸਾਇਆ ਹਜੂਰ ਨੇ। ਇੱਥੇ ਵੀ ਜਦੋਂ ਦੇਖਿਆ ਸੋਢੀ ਈਰਖਾ ਕਰਦੇ ਨੇ ਹਜੂਰ ਨੇ। ਸਾਧ ਸੰਗਤ ਜੀ ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਲਿਖਦੇ ਹਨ, ਪੁਨ ਸਿੱਖਿਆਣ ਕੋ ਕਰਨ ਉਧਾਰ, ਕੇਤਕ ਪ੍ਰਤੀਖਤ ਸਦਨ ਮਝਾਰ। ਕਈ ਕਾਰਨ ਵਾਪਰੇ ਜੋ ਹਜੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਗੁਰਬਾਣੀ ਵਿੱਚ ਫਰਮਾਉਂਦੇ ਹਨ। ਮੁਰ ਪਿਤ ਪੂਰਬ ਕੀਸ ਪਿਆਨਾ, ਕਿ ਸਾਡੇ ਪਿਤਾ ਜੀਆਂ ਨੇ ਜਿਸ ਸਮੇਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ, ਭਾਵ ਪਟਨਾ ਸਾਹਿਬ ਵੱਲ ਨੂੰ,
ਭਾਂਤ ਭਾਂਤ ਕੇ ਤੀਰਥ ਨਾਨਾ। ਮਹਾਰਾਜ ਜੀ ਕਹਿੰਦੇ ਹਨ ਭਾਂਤ ਭਾਂਤ ਦੇ ਤੀਰਥਾਂ ਤੇ ਜਾ ਕੇ ਹਜੂਰ ਨੇ ਤੀਰਥਾਂ ਦਾ ਭਲਾ ਕੀਤਾ। ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਈ ਐਸੇ ਸਿੱਖ ਸਨ ਮਹਾਰਾਜ ਜੀਆਂ ਦੇ, ਜਿਸ ਤਰ੍ਹਾਂ ਬਲਾਕੀ ਦਾਸ ਜੀਆਂ ਦੀ ਮਾਤਾ, ਚਾਚਾ ਫੱਗੋ ਜੀ ਇਤਿਆਦਿਕ ਕਈ ਗੁਰਸਿੱਖ ਮਹਾਰਾਜ ਜੀਆਂ ਨੂੰ ਆਪਣੇ ਘਰਾਂ ਵਿੱਚ ਤਾਂਘ ਦੇ ਨਾਲ ਡੀਕਦੇ ਸਨ। ਕਦੋਂ ਉਹ ਸੁੰਦਰ ਘੜੀ ਆਵੇਗੀ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦੀਦਾਰੇ ਹੋਣਗੇ। ਦੀਦ ਨੇ ਦੀਦਾਰ ਸਾਹਿਬ ਕਿ ਸਾਹਿਬ ਦੇ ਕਦੋਂ ਦਰਸ਼ਨ ਹੋਣਗੇ। ਪੂਰਬ ਦੇਸ਼ ਜੋ ਦੂਰ ਵਸੇਸੂ, ਸੰਗਤ ਕੇ ਅਬਿਲਾਖ ਅਸੇਸੂ। ਜੋ ਪੂਰਬ ਦੀ ਦਿਸ਼ਾ ਸਾਧ ਸੰਗਤ ਜੀ ਅੱਜ ਵਰਗੇ ਸਾਧਨ ਨਾ ਸੀ ਹੋਇਆ ਕਰਦੇ। ਉਸ ਸਮੇਂ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ, ਸੰਗਤ ਦੀ ਹਿਰਦੇ ਦੀ ਲਾਲਸਾ ਜਾਣ ਕੇ ਗਮਨ ਤੀਰਥਨ ਕੀਨ ਬਹਾਨਾ, ਨਿਜ ਦਾਸਨ ਚਾਹਤ ਕਲਿਆਣਾ। ਕਵੀ ਜੀ ਲਿਖਦੇ ਹਨ ਤੀਰਥਾਂ ਦਾ ਵੀ ਵਿੱਚ ਇੱਕ ਬਹਾਨਾ ਆ ਗਿਆ, ਪਰ ਹਜੂਰ ਆਪਣੇ ਸਿੱਖਾਂ ਦੀ ਕਲਿਆਣ ਵਾਸਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ। ਪੁਰ ਆਨੰਦ ਜੇਤਕ ਬਸ ਗਏ, ਤਿਤੈ ਬਸਾਏ ਦੇਤ ਸੁਖ ਭਏ। ਮਹਾਰਾਜ ਜੀਆਂ ਨੇ ਇਹ ਆਨੰਦਪੁਰ ਸਾਹਿਬ ਜੀਆਂ ਦੀ ਨਗਰੀ ਹਜੂਰ ਨੇ ਵਸਾਈ, ਤੇ ਜਿੰਨੇ ਇੱਥੇ ਵਸੇ ਸਨ ਭਾਰੀ ਉਹਨਾਂ ਦੇ ਹਿਰਦੇ ਵਿੱਚ ਹਜੂਰ ਨੇ ਸੁਖ ਬਖਸ਼ਿਸ਼ ਕੀਤਾ। ਜਿਸ ਤਰ੍ਹਾਂ ਲਖਿਓ ਸਰੀਕਾ ਸੋਢੀਆਂ ਕੇਰਾ, ਪਿੱਖ ਸੰਕਟ ਕਹਿ ਪਾਏ ਵਡੇਰਾ। ਕਿਉਂਕਿ ਮਹਾਰਾਜ ਜੀ ਆਉਣ ਵਾਲੇ ਸਮੇਂ ਨੂੰ ਵੀ ਜਾਣਦੇ ਹਨ। ਜਦੋਂ ਮਹਾਰਾਜ ਜੀਆਂ ਨੇ ਦੇਖਿਆ ਕਿ ਇਹ ਸੋਢੀ ਜੋ ਸ਼ਰੀਕਾ ਹੈ, ਇਹ ਭਾਵ ਸ਼ਰੀਕਾ ਕਰਦੇ ਹਨ, ਤਾਂ ਮਹਾਰਾਜ ਜੀ ਸਾਧ ਸੰਗਤ ਜੀ ਐਸਾ ਮਹਾਰਾਜ ਜੀਆਂ ਦਾ ਉਦਾਰ ਚਿੱਤ ਹਜੂਰ ਸਾਧ ਸੰਗਤ ਜੀ ਕਿਸੇ ਨਾਲ ਵੀ ਕਦੇ ਵੀ ਅਣਜਾਣ ਭਾਵ ਲੜਾਈ ਝਗੜਾ ਨਾ ਸੀ ਚਾਹੁੰਦੇ। ਹਜੂਰ ਉਥੋਂ ਆਪ ਹੀ ਪਿਆਨਾ ਕਰ ਜਾਂਦੇ। ਇਥੋਂ ਤਿੱਕਰ ਕੀ ਸਾਧ ਸੰਗਤ ਜੀ ਮਸੰਦਾਂ ਨੇ ਜਿਹੜਾ ਦਰਬਾਰ ਸਾਹਿਬ ਦੇ ਨਾਲ ਥੜਾ ਸਾਹਿਬ ਗੁਰਦੁਆਰਾ ਸੁੰਦਰ ਸੁਸ਼ੋਭਿਤ ਹੈ, ਜਿਸ ਸਮੇਂ ਹਜੂਰ ਉੱਥੇ ਪਹੁੰਚੇ ਮਸੰਦ ਦਰਵਾਜ਼ਾ ਲਾ ਕੇ ਚਲੇ ਗਏ ਸੀ। ਹਜੂਰ ਨੇ ਕੁਝ ਨਾ ਸੀ ਆਖਿਆ। ਹਾਲਾਂਕਿ ਮੱਖਣ ਸ਼ਾਹ ਵਰਗੇ ਗੁਰਸਿੱਖ ਮਹਾਰਾਜ ਜੀਆਂ ਨੂੰ ਕਹਿੰਦੇ ਹਨ ਮਹਾਰਾਜ ਜੀ ਤੁਸੀਂ ਕਹੋ ਤਾਂ ਇਹਨਾਂ ਨੂੰ ਦੰਡ ਦਿੰਦੇ ਹਾਂ, ਕਿਉਂਕਿ 500 ਸਿਪਾਹੀ ਵੀ ਮੱਖਣ ਸ਼ਾਹ ਦੇ ਨਾਲ ਹਮੇਸ਼ਾ ਰਹਿੰਦੇ ਸੀ। ਪਰ ਮਹਾਰਾਜ ਜੀਆਂ ਨੇ ਕਿਹਾ ਸੀ ਨਹੀਂ ਮੱਖਣ ਸ਼ਾਹ, ਮਹਾਰਾਜ ਜੀ ਆਪ ਹੀ ਇਹਨਾਂ ਨੂੰ ਜਿਸ ਤਰ੍ਹਾਂ ਮੌਤ ਭਾਵ ਮੌਜ ਹੋਵੇਗੀ ਵਾਹਿਗੁਰੂ ਅਕਾਲ ਪੁਰਖ ਦੀ, ਇਹਨਾਂ ਨੂੰ ਆਪੇ ਸਜ਼ਾ ਮਿਲੇਗੀ। ਤਾਂ ਹਜੂਰ ਨੇ ਸਾਧ ਸੰਗਤ ਜੀ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ। ਜਿਸ ਤਰ੍ਹਾਂ ਬਚਨ ਆਉਂਦੇ ਹਨ ਸਰਬ ਭਾਂਤ ਤਿਆਰੀ ਕਰ ਲੀਜੈ, ਦੇਸ ਵਿਦੇਸਨ ਵਿਚਰਨ ਕੀਜੈ। ਮਹਾਰਾਜ ਜੀਆਂ ਨੇ ਉਸ ਸਮੇਂ ਹੁਕਮਨਾਮਾ ਸਾਹਿਬ ਜਾਰੀ ਕਰ ਦਿੱਤਾ ਕਿ ਜੋ ਸੰਗਤਾਂ ਸਾਡੇ ਨਾਲ ਜਾਣਾ ਚਾਹੁੰਦੀਆਂ ਹਨ ਸਰਬ ਭਾਂਤ ਭਾਵ ਆਪਣੀ ਤਿਆਰੀ ਕਰ ਲੀਜੀਏ, ਕਿਉਂਕਿ ਹੁਣ ਅਸੀਂ ਦੇਸਾਂ ਵਿਦੇਸਾਂ ਵਿੱਚ ਸਿੱਖੀ ਦਾ ਪ੍ਰਤਾਪ ਫੈਲਾਉਣਾ ਹੈ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਭਾਰੀ ਸਿੱਖੀ ਦਾ ਜਸ ਫੈਲਾਇਆ। ਅੱਗੇ ਸਨੇ ਸਨੇ ਗਮਨੇ ਸੁਖ ਪਾਏ, ਡੋਰੇ ਸਿਅੰਦਨ ਸਾਜ ਬਨਾਏ। ਜਿਸ ਤਰ੍ਹਾਂ ਸਾਧ ਸੰਗਤ ਜੀ ਜੋ ਮਾਤਾਵਾਂ ਸਨ ਉਹਨਾਂ ਲਈ ਸੁੰਦਰ ਪਾਲਕੀ ਸਾਹਿਬ ਸਜਾਈ ਗਈ। ਆਪ ਹਜੂਰ ਗਲ ਦੇ ਵਿੱਚ ਹਜੂਰ ਨੇ ਤੀਰ ਕਮਾਨ ਤੇ ਪੱਥਾ ਪਹਿਨਿਆ ਹੈ। ਹਜੂਰ ਨੇ ਸੱਜੇ ਸਾਈਡ ਸਾਧ ਸੰਗਤ ਜੀ ਜਿਸ ਤਰ੍ਹਾਂ ਪਿੱਛੇ ਇੱਕ ਢਾਲ ਹੈ ਸ੍ਰੀ ਸਾਹਿਬ ਹਜੂਰ ਦੇ ਮਿਆਨ ਵਿੱਚ ਹੈ। ਮਹਾਰਾਜ ਜੀ ਘੋੜੀ ਤੇ ਸੁੰਦਰ ਸੱਜ ਬੈਠੇ ਹਨ, ਨਾਲ ਅਨੇਕ ਸਾਧੂ ਮਹਾਤਮਾ ਜੋ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਕਰਕੇ ਜੀਂਦੇ ਸੀ, ਨਾਲ ਚੱਲਣ ਵਾਸਤੇ ਤਿਆਰ ਹੋ ਗਏ ਹਨ। ਹਜੂਰ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੋਂ ਜਿਸ ਸਮੇਂ ਤੁਰੇ ਹਨ ਸਾਰਾ ਨਗਰ ਇੱਕ ਵਾਰੀ ਹਜੂਰ ਦੇ ਜਿਸ ਤਰ੍ਹਾਂ ਦਰਸ਼ਨ ਕਰਦਾ ਹੈ। ਨੇਤਰਾਂ ਵਿੱਚ ਬਰਾਗ ਦੀ ਝੜੀ ਹੈ ਹਰੇਕ ਦੇ, ਕਿਸੇ ਦਾ ਜੀ ਨਹੀਂ ਕਰਦਾ ਕਿ ਹਜੂਰ ਇੱਥੋਂ ਜਾਣ, ਕਿਉਂਕਿ ਸਾਧ ਸੰਗਤ ਜੀ ਜਿਸ ਤਰ੍ਹਾਂ ਕਵਲ ਫੁੱਲ ਖਿੜਦਾ ਹੈ ਸੂਰਜ ਨੂੰ ਦੇਖ ਕੇ, ਇਸ ਤਰ੍ਹਾਂ ਸਭ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਲੋਕ ਦੂਰੋਂ ਦੂਰੋਂ ਆ ਕੇ ਹਜੂਰ ਦੇ ਪਾਸ ਵਸੇ ਸੀ। ਜਿਸ ਤਰ੍ਹਾਂ ਹਜੂਰ ਨੇ ਉਥੋਂ ਪਿਆਨਾ ਕੀਤਾ। ਹਜੂਰ ਪਹਿਲਾਂ ਜਿਸ ਤਰ੍ਹਾਂ ਮੂਲੇਵਾਲ ਦਾ ਮਈਆ ਤੇ ਗੋਂਦਾ ਸਿੱਖ ਹੋਇਆ ਹੈ ਮਹਾਰਾਜ ਜੀਆਂ ਦੇ, ਜਿਸ ਸਮੇਂ ਉੱਥੇ ਹਜੂਰ ਪਹੁੰਚੇ, ਹਜੂਰ ਨੇ ਜਿਸ ਸਮਾਂ ਜਲ ਆਖਿਆ ਕਿ ਸਾਨੂੰ ਜਲ ਛਕਾਇਆ ਜਾਵੇ, ਤਾਂ ਉਸ ਸਮੇਂ ਇਹਨਾਂ ਦੋਵਾਂ ਨੇ ਆ ਕੇ ਆਖਿਆ ਭਾਈ ਮਇਆ ਜੀ ਤੇ ਗੋਂਦਾ ਜੀ ਕਿ ਮਹਾਰਾਜ ਜੀ ਜਿਹੜਾ ਸਾਡਾ ਖੂਹ ਹੈ ਉਹਦੇ ਵਿੱਚ ਤਾਂ ਹੁਣ ਰੋੜੇ ਆਦਿਕ ਜੇ ਕੂੜਾ ਕਰਕਟ ਹੈ, ਕਿਉਂਕਿ ਮਹਾਰਾਜ ਜੀ ਉਹਦਾ ਜਲ ਪੀਣ ਲਾਇਕ ਨਹੀਂ, ਜਲ ਉਸ ਦੇ ਵਿੱਚੋਂ ਕੌੜਾ ਆਉਣ ਲੱਗ ਗਿਆ ਹੈ। ਤਾਂ ਉਸ ਸਮੇਂ ਹਜੂਰ ਨੇ ਆਖਿਆ ਸੀ, ਹਜੂਰ ਕਹਿੰਦੇ ਸਨ ਵਿੱਚੋਂ ਸਭ ਕੁਝ ਇਹ ਜੋ
ਰੋੜੇ ਹਨ ਕੱਢ ਦਿੱਤੇ ਜਾਣ, ਇਹ ਖੂਹ ਨੂੰ ਪੱਕਾ ਕੀਤਾ ਜਾਵੇ ਤਾਂ ਜਲ ਸਾਡੇ ਵਾਸਤੇ ਇਸੇ ਖੂਹ ਤੋਂ ਲੈ ਕੇ ਆਇਆ ਜਾਵੇ। ਜਿਸ ਸਮੇਂ ਉਹਨਾਂ ਸਿੱਖਾਂ ਨੇ ਆਖਿਆ ਸੀ ਮਹਾਰਾਜ ਜੀ ਦੂਰੋਂ ਜਾ ਕੇ ਜਲ ਲੈ ਕੇ ਆਉਣਾ ਪੈਂਦਾ ਹੈ, ਤਾਂ ਹਜੂਰ ਨੇ ਜਿਸ ਸਮੇਂ ਉਹ ਜਲ ਆਪਣੇ ਹੱਥਾਂ ਵਿੱਚ ਪਕੜਿਆ, ਸਤਨਾਮ ਸ਼੍ਰੀ ਵਾਹਿਗੁਰੂ ਹਜੂਰ ਨੇ ਮੁਖ ਤੋਂ ਉਚਾਰਿਆ, ਤਾਂ ਜਿਸ ਸਮੇਂ ਹਜੂਰ ਨੇ ਜਲ ਛਕਿਆ ਤਾਂ ਜਲ ਸਾਧ ਸੰਗਤ ਜੀ ਮਿੱਠਾ ਹੋ ਗਿਆ। ਤਾਂ ਦੋਨੋਂ ਸਿੱਖ ਦੇਖ ਕੇ ਹਜੂਰ ਦੇ ਚਰਨਾਂ ਤੇ ਢਹਿ ਪੈਂਦੇ ਹਨ। ਤਾਂ ਹਜੂਰ ਨੇ ਜਿਸ ਸਮੇਂ ਉੱਥੇ ਹੋਰ 10 ਖੂਹ ਲਵਾਉਣ ਦੀ ਆਗਿਆ ਕੀਤੀ, ਤਾਂ ਹਜੂਰ ਨੇ ਜਿਸ ਤਰ੍ਹਾਂ ਇਤਿਹਾਸ ਵਿੱਚ ਬਚਨ ਆਉਂਦੇ ਹਨ, ਅੱਜ ਵੀ ਉੱਥੇ ਖੂਹ ਜਿਸ ਤਰ੍ਹਾਂ ਕਵੀ ਜੀ ਦੱਸਦੇ ਹਨ ਸੰਗਤਾਂ ਦਰਸ਼ਨ ਕਰਦੀਆਂ ਹਨ, ਤਾਂ ਫਿਰ ਉੱਥੇ ਮਿੱਠੇ ਜਲ ਦੇ ਭਾਵ ਹਜੂਰ ਨੇ ਖੂਹ ਲਾ ਦਿੱਤੇ। ਬੇਅੰਤ ਨਗਰਾਂ ਦੇ ਵਿੱਚ ਹਜੂਰ ਵਿਚਰੇ ਹਨ। ਕਵੀ ਭਾਈ ਸੰਤੋਖ ਸਿੰਘ ਜੀ ਬਹੁਤ ਨਗਰਾਂ ਦਾ ਜ਼ਿਕਰ ਦਿੰਦੇ ਹਨ, ਜਿੱਥੇ ਜਿੱਥੇ ਗੁਰਸਿੱਖਾਂ ਨੇ ਹਜੂਰ ਦੀ ਆਗਿਆ ਮੰਨੀ ਉਹਨਾਂ ਦਾ ਭਲਾ ਹੋ ਗਿਆ। ਪਰ ਕਈ ਸਾਧ ਸੰਗਤ ਜੀ ਆਪਣੀ ਈਰਖਾ ਦੇ ਵਿੱਚ ਜਿਨ੍ਹਾਂ ਨੇ ਹਜੂਰ ਦੇ ਦਰਸ਼ਨ ਨਾ ਕੀਤੇ, ਦਰਸ਼ਨਾਂ ਤੋਂ ਵਾਂਝੇ ਰਹਿ ਗਏ। ਇਸ ਲੋਕ ਦੇ ਵਿੱਚ ਵੀ ਭਾਵ ਸਭ ਉਹਨਾਂ ਦਾ ਨਾਸ਼ ਹੋ ਗਿਆ, ਤੇ ਪ੍ਰਲੋਕ ਦੇ ਵਿੱਚ ਵੀ ਸਾਧ ਸੰਗਤ ਜੀ ਕੀ ਮੁਕਤੀ ਮਿਲਣੀ ਸੀ ਜੇ ਪੂਰੇ ਗੁਰੂ ਦੇ ਦਰਸ਼ਨ ਹੀ ਨਾ ਮਸਤਕ ਤੇ ਭਾਗ ਲਿਖੇ ਹੋਣ। ਐਸੇ ਹਜੂਰ ਨੇ ਸੰਗਤਾਂ ਨੂੰ ਤਾਰਦੇ ਹੋਏ, ਜਿਸ ਤਰ੍ਹਾਂ ਆਪ ਨਿਤਾ ਪ੍ਰਤੀ ਕਥਾ ਸ਼ਰਵਣ ਕਰਦੇ ਹੋ, ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਆਪ ਜੀਆਂ ਨੇ ਪਿੱਛੇ ਗੁਰਬਾਣੀ ਵਿੱਚੋਂ ਕਥਾ ਸ਼ਰਵਣ ਕੀਤੀ ਸੀ। ਮਹਾਰਾਜ ਜੀਆਂ ਨੇ ਜਿੱਥੇ ਪੁੰਨ ਦਾਨ ਕਰਕੇ ਉੱਥੋਂ ਦੇ ਸਾਧੂ ਮਹਾਤਮਾ ਦੀ ਗਰੀਬੀ ਰੋੜ ਦਿੱਤੀ, ਮਹਾਰਾਜ ਜੀਆਂ ਨੇ ਬਾਣੀ ਦੇ ਝਰਨੇ ਛੱਡ ਕੇ ਤਪਦੇ ਹੋਏ ਹਿਰਦਿਆਂ ਨੂੰ ਠਾਰ ਦਿੱਤਾ। ਦੱਸਿਆ ਸੀ ਜੋਗੀਆਂ ਨੂੰ ਕਿ ਸਾਡੇ ਮਤ ਵਿੱਚ ਜੋਗ ਕਿਸ ਨੂੰ ਕਹਿੰਦੇ ਹਨ। ਸੰਨਿਆਸੀ ਆਏ, ਉਹਨਾਂ ਨੂੰ ਦੱਸਿਆ ਬਨਵਾਸੀ ਆਏ, ਜਿਹੜੇ ਜੰਗਲ ਦੇ ਵਿੱਚ ਸਮਝਦੇ ਸੀ ਮੁਕਤੀ ਮਿਲੇਗੀ ਨੰਗਿਆਂ ਰਹਿਣ ਨਾਲ। ਹਜੂਰ ਨੇ ਸਭ ਨੂੰ ਉਪਦੇਸ਼ ਦਿੱਤਾ। ਅੱਗੇ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ ਕਿ ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀ ਪ੍ਰਕਾਸ਼ ਹਮਾਰਾ ਭਇਓ। ਜਿਸ ਸਮੇਂ ਮਾਤਾ ਨਾਨਕੀ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਮਾਤਾ ਜੀ, ਜਿਸ ਸਮੇਂ ਸਾਧ ਸੰਗਤ ਜੀ ਉਹਨਾਂ ਨੇ ਫਿਰ ਹਜੂਰ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਜਿਸ ਸਮੇਂ ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਵਰ ਸੀ ਕਿ ਆਪ ਜੀਆਂ ਦੇ ਘਰ ਵਿੱਚ ਐਸਾ ਪੋਤਰਾ ਜੋ ਸਾਧ ਸੰਗਤ ਜੀ ਪ੍ਰਗਟ ਹੋਵੇਗਾ ਕਿ ਜਿਸ ਦੇ ਅਵਤਾਰ ਧਾਰਨ ਦੇ ਨਾਲ ਇਹ ਸਭ ਹਿੰਦੁਸਤਾਨ ਦੇ ਵਿੱਚੋਂ ਜੋ ਜਰਵਾਣਾ ਰਾਜ ਖਤਮ ਹੋ ਜਾਵੇਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਨੂੰ 4 ਚੰਦ ਲਾ ਦੇਵੇਗਾ। ਭਾਵ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਭਾਵ ਪ੍ਰਕਾਸ਼ ਦਾ ਵਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਦਿੱਤਾ ਸੀ। ਮਹਾਰਾਜ ਜੀ ਫਰਮਾਉਂਦੇ ਹਨ ਤਹੀ ਪ੍ਰਕਾਸ਼ ਹਮਾਰਾ ਭਇਓ। ਇਹ ਤਰਬੇਣੀ ਵਾਲੇ ਅਸਥਾਨ ਤੇ ਮਾਤਾ ਜੀਆਂ ਨੇ ਜਿਸ ਸਮੇਂ ਸਾਧ ਸੰਗਤ ਜੀ ਪੁੱਤਰ ਦੀ ਇੱਛਾ ਕੀਤੀ, ਤਾਂ ਇਸ ਤਰ੍ਹਾਂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਉਹਨਾਂ ਤੋਂ ਸਿਵਾ ਕੌਣ ਲਿਖ ਸਕਦਾ ਹੈ। ਮਹਾਰਾਜ ਜੀ ਕਹਿੰਦੇ ਹਨ ਉਸ ਸਮੇਂ ਅਸੀਂ ਆਪਣੇ ਮਾਤਾ ਦੇ ਉਦਰ ਵਿੱਚ ਨਿਵਾਸ ਕੀਤਾ, ਤਾਂ ਇਸ ਤੋਂ ਉਪਰੰਤ ਪਟਨਾ ਸ਼ਹਿਰ ਵਿਖੇ ਬਵ ਲਿਓ। ਮਹਾਰਾਜ ਜੀ ਕਹਿੰਦੇ ਹਨ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਫਿਰ ਅਸੀਂ ਆਪਣਾ ਅਵਤਾਰ ਧਾਰਨਾ ਕੀਤਾ। ਜਿਸ ਤਰ੍ਹਾਂ ਸਾਧ ਸੰਗਤ ਜੀ ਪਰਾਏ ਰਾਗ ਤੋਂ ਹਜੂਰ ਕਾਂਛੀ ਪੁੱਜੇ ਸੀ, ਜਿਸ ਤਰ੍ਹਾਂ ਇਹ ਧਨਾਸਰੀ ਰਾਗ ਵਿੱਚ ਕਥਾ ਚੱਲ ਰਹੀ ਹੈ। ਕਾਂਛੀ ਤੋਂ ਹਜੂਰ ਸਾਧ ਸੰਗਤ ਜੀ ਸਸਰਾਮ ਨਗਰ ਆਉਂਦਾ ਹੈ। ਇਸ ਸਸਰਾਮ ਨਗਰ ਵਿੱਚ ਚਾਚਾ ਫੱਗੋ ਜੀ ਵੱਸਦੇ ਹਨ, ਜਿਨ੍ਹਾਂ ਨੇ ਇੱਕ ਬੜਾ ਸੋਹਣਾ ਸਦਨ ਭਾਵ ਘਰ ਇੱਕ ਤਿਆਰ ਕੀਤਾ ਹੈ ਚਾਚਾ ਫੱਗੋ ਜੀਆਂ ਨੇ। ਤੇ ਘਰ ਦੇ ਹਿਸਾਬ ਤੇ ਸਾਧ ਸੰਗਤ ਜੀ ਜਿਹੜਾ ਦਿਉੜੀ ਸੀ, ਦਰਵਾਜ਼ਾ ਸੀ, ਉਹ ਘਰ ਦੇ ਹਿਸਾਬ ਨਾਲ ਬੜਾ ਵੱਡਾ ਰਖਾ ਲਿਆ ਚਾਚਾ ਜੀਆਂ ਨੇ। ਤਾਂ ਸਾਧ ਸੰਗਤ ਜੀ ਜਿਸ ਸਮੇਂ ਸੰਗਤਾਂ ਨੇ ਪੁੱਛਿਆ ਆ ਕੇ ਉਥੋਂ ਦੇ ਨਗਰ ਨਿਵਾਸੀਆਂ ਨੇ ਕਿ ਇਹ ਚਾਚਾ ਫੱਗੋ ਜੀ ਆਪ ਜੀਆਂ ਨੇ ਐਡਾ ਵੱਡਾ ਦਰਵਾਜ਼ਾ ਘਰ ਦੇ ਹਿਸਾਬ ਤੇ ਕਿ ਜੋ ਦੇਖਣ ਨੂੰ ਵੀ ਬੜਾ ਵੱਡਾ ਪ੍ਰਤੀਤ ਹੁੰਦਾ ਹੈ, ਇਹ ਆਪ ਨੇ ਕਿਉਂ ਰਖਵਾਇਆ ਹੈ। ਤਾਂ ਉਸ ਸਮੇਂ ਸਾਧ ਸੰਗਤ ਜੀ ਚਾਚਾ ਫੱਗੋ ਜੀਆਂ ਨੇ ਦੱਸਿਆ ਸੀ ਕਿ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਉਣਗੇ, ਸਾਧ ਸੰਗਤ ਜੀ ਕਿਸੇ ਨੇ ਚਿੱਠੀ ਨਾ ਸੀ ਪਾਈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ, ਨਾ ਹੀ ਉਸ ਸਮੇਂ ਅੱਜ ਕੱਲ੍ਹ ਵਾਂਗੂ ਟੈਲੀਫੋਨ ਹੋਇਆ ਕਰਦੇ ਸੀ। ਪਰ ਗੁਰਸਿੱਖ ਦੇ ਹਿਰਦੇ ਵਿੱਚ ਇੰਨਾ ਪ੍ਰੇਮ ਸੀ। ਕਹਿੰਦੇ ਹਨ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਇੱਥੇ ਆਉਣਗੇ, ਅਸੀਂ ਚਾਹੁੰਦੇ ਹਾਂ ਹਜੂਰ ਨੂੰ ਸਾਡੇ ਦਰਵਾਜ਼ੇ ਤੇ ਨਾ ਉਤਰਨਾ ਪਵੇ। ਹਜੂਰ ਆਪਣੀ ਘੋੜੇ ਤੇ ਸਵਾਰ ਹੋਏ ਸ਼ਸਤਰਾਂ ਦੇ ਸਮੇਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰੇ ਘਰ ਵਿੱਚ ਆਉਣ ਤੇ ਆ ਕੇ ਸਿੱਧਾ ਤਖਤ ਤੇ ਬਿਰਾਜਮਾਨ ਹੋਣ।
ਤਾਂ ਉਸ ਸਮੇਂ ਜਿਸ ਤਰ੍ਹਾਂ ਸਾਧ ਸੰਗਤ ਜੀ ਸੰਗਤਾਂ ਨੇ ਜਿਸ ਸਮੇਂ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਉਣਗੇ, ਤਾਂ ਉਸ ਸਮੇਂ ਚਾਚਾ ਫੱਗੂ ਜੀਆਂ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਦੱਸਿਆ ਸੀ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਰਹਿ ਪ੍ਰੇਮ ਕੇ ਨਿਤ ਅਨੁਕੂਲ, ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਕੁਝ ਨਹੀਂ ਚਾਹੀਦਾ, ਪਰ ਪ੍ਰੇਮ ਦੇ ਵਸੀਕਾਰ ਹੋ ਜਾਂਦੇ ਹਨ। ਜਿਸ ਤਰ੍ਹਾਂ ਚਾਚੇ ਫੱਗੂ ਦੀ ਮਨ ਦੀ ਹਾਲਤ ਕੈਸੀ ਸੀ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਹਾਰਾਜ ਜੀ ਜੋ ਇੱਕ ਦਿਨ ਦੀ ਇੱਕ ਘੜੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ। ਮਹਾਰਾਜ ਜੀ ਦਿਨਾਂ ਦੇ ਦਿਨ ਲੰਘਦੇ ਜਾ ਰਹੇ ਨੇ, ਮਨ ਨਾ ਰਹਿ ਕੈਸੋ ਮਿਲੋ ਪਿਆਰੇ। ਮਹਾਰਾਜ ਜੀ ਮਨ ਧੀਰਜ ਨਹੀਂ ਫੜਦਾ, ਹੁਣ ਮਹਾਰਾਜ ਜੀ ਬਸ ਰਿਹਾ ਹੀ ਨਹੀਂ ਜਾਂਦਾ, ਆਪ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੈ। ਮਹਾਰਾਜ ਜੀ ਦਿਨ ਦਾ ਇੱਕ ਪਲ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਕਹਿੰਦੇ ਹਨ ਮਹਾਰਾਜ ਜੀ ਮੋਕੋ ਨਾ ਬਹਾਵੈ, ਕਿ ਕਬਹੂ ਨਾ ਬਿਹਾਵੈ। ਵਾਹਿਗੁਰੂ ਕਹਿੰਦੇ ਹਨ ਮਹਾਰਾਜ ਜੀ ਗੁਜ਼ਰਦਾ ਹੀ ਨਹੀਂ ਹੈ। ਮਹਾਰਾਜ ਜੀ ਇੱਕ ਪਲ ਦਿਨ ਦੇ ਵਿੱਚੋਂ ਗੁਜ਼ਰਦਾ ਨਹੀਂ ਹੈ। ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੈ। ਕਹਿੰਦੇ ਹਨ ਹਜੂਰ ਦਰਸ਼ਨਾਂ ਦੀ ਪਿਆਸ ਲੱਗ ਗਈ ਹੈ, ਕੋਈ ਐਸਾ ਸੰਤ ਆਵੇ ਜਿਹੜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾਵੇ। ਕਹਿੰਦੇ ਹਨ ਚਾਰ ਪਹਿਰ ਚੌਹ ਯੁੱਗ ਹੈ ਸਮਾਨੇ। ਮਹਾਰਾਜ ਜੀ ਜਿਹੜੇ ਚਾਰ ਪਹਿਰ ਹਨ ਦਿਨ ਦੇ, ਐਸਾ ਪ੍ਰਤੀਤ ਹੁੰਦਾ ਹੈ ਚਾਰ ਯੁੱਗ ਲੰਘ ਗਏ ਨੇ। ਹਜੂਰ ਕਦੋਂ ਆਵੇਗੇ, ਰਹਿਣ ਭਈ ਤਬ ਅੰਤ ਨਾ ਜਾਣੈ। ਜਿਸ ਸਮੇਂ ਹਜੂਰ ਡੀਕਦਿਆਂ ਹੋਇਆਂ ਰਾਤ ਲੰਘ ਜਾਂਦੀ ਹੈ, ਦਿਨ ਦੇ ਵਿੱਚ ਡੀਕਦਿਆਂ ਰਾਤ ਪੈ ਜਾਂਦੀ ਹੈ, ਰਾਤ ਤਾਂ ਹਜੂਰ ਗੁਜ਼ਰਦੀ ਹੀ ਨਹੀਂ ਹੈ। ਭਾਵ ਮੈਨੂੰ ਐ ਲੱਗਦਾ ਹੈ ਮੈਂ ਗੁਜ਼ਰ ਜਾਣਾ ਹੈ, ਪਰ ਰਾਤ ਤਾਂ ਹਜੂਰ ਮੁੱਕਣ ਤੇ ਨਹੀਂ ਆਉਂਦੀ। ਉਹ ਐਸੀ ਪ੍ਰੇਮ ਦੇ ਵਸੀਕਾਰ ਹੋ ਕੇ ਹਜੂਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਸਸਰਾਮ ਨਗਰ ਵੱਲ ਕਾਂਸ਼ੀ ਤੋਂ ਪਿਆਨਾ ਕੀਤਾ। ਜਿਸ ਸਮੇਂ ਉੱਥੋਂ ਦੀਆਂ ਸੰਗਤਾਂ ਪੁੱਛਦੀਆਂ ਹਨ ਕਿ ਹੇ ਗੁਰਸਿੱਖਾ ਗੁਰੂ ਸਾਹਿਬ ਇੱਥੇ ਕਿਵੇਂ ਆਉਣਗੇ, ਤਾਂ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਸੀ, ਜਿਸ ਸਮੇਂ ਨਾਮਦੇਵ ਜੀਆਂ ਨੇ ਪੁਕਾਰ ਕੀਤੀ ਸੀ ਤਾਂ ਉਸ ਸਮੇਂ ਹਜੂਰ ਨੇ ਉਹਦਾ ਪ੍ਰੇਮ ਦੇਖ ਕੇ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾੜਲਾ। ਭਾਵ ਕਿ ਉਸ ਨਾਮਦੇਵ ਜੀਆਂ ਦੀ ਪੁਕਾਰ ਸੁਣ ਕੇ ਪੰਡਤਾਂ ਵੱਲ ਪਿੱਠ ਕਰ ਲਈ ਸੀ ਹਜੂਰ ਨੇ, ਭਗਤ ਨਾਮਦੇਵ ਜੀ ਵੱਲ ਦੋਹਰਾ ਕਰ ਦਿੱਤਾ ਸੀ ਫੇਰ ਕੇ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਹਨ ਧੰਨਾ ਭਗਤ, ਧੰਨੇ ਭਗਤ ਦੀਆਂ ਹਜੂਰ ਨੇ ਆਪ ਗਾਵਾਂ ਚਰਾਈਆਂ ਸੀ ਖੇਤਾਂ ਦੇ ਵਿੱਚ। ਇਸੇ ਤਰ੍ਹਾਂ ਬਿਦਰ ਭਗਤ ਬਿਦਰ ਜੀਆਂ ਦਾ ਜ਼ਿਕਰ ਆਉਂਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਬਿਦਰ ਜੀਆਂ ਦੇ ਘਰ ਹਜੂਰ ਗਏ ਸੀ, ਉਸ ਦੁਰਜੋਧਨ ਦੇ ਘਰ ਨਾ ਸੀ ਗਏ। ਜਿਸ ਤਰ੍ਹਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਅਤੇ ਸਾਧ ਸੰਗਤ ਜੀ ਉਸ ਸਮੇਂ ਚਾਚਾ ਫੱਗੂ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਜਾ ਸ਼ਿਵਨਾਬ ਜੀ ਪਾਸ ਗਏ ਸੀ। ਰਾਜਾ ਸ਼ਿਵਨਾਬ ਸਾਧ ਸੰਗਤ ਜੀ ਸੰਗਲਾ ਦੀਪ ਦਾ ਰਾਜਾ ਹੈ, ਅਤੇ ਸਾਧ ਸੰਗਤ ਜੀ ਐਸਾ ਪ੍ਰੇਮ ਹਜੂਰ ਦੇ ਚਰਣਾ ਕਮਲਾਂ ਦਾ ਲੱਗਿਆ ਹੈ, ਉੱਥੋਂ ਦੀ ਪ੍ਰਜਾ ਕਹਿੰਦੀ ਸੀ ਰਾਜਾ ਪਾਗਲ ਹੋ ਗਿਆ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਰਾਜੇ ਦੇ ਮਨ ਦੇ ਵਿੱਚ ਕੈਸਾ ਪ੍ਰੇਮ ਛਾਲਾ ਮਾਰਦਾ ਹੈ। ਕਦੇ ਰਾਜਾ ਹਵਾ ਨੂੰ ਪੁੱਛਦਾ ਹੈ, ਰੁੱਖਾਂ ਨੂੰ ਜਾ ਕੇ ਪੁੱਛਦਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਦੋਂ ਆਉਣਗੇ। ਸਮੁੰਦਰ ਦੇ ਕਿਨਾਰੇ ਰਾਜਾ ਖੜਾ ਖੜਾ ਦਿਨ ਬਤੀਤ ਕਰ ਦਿੰਦਾ ਹੈ। ਐਸਾ ਪ੍ਰੇਮ ਲੱਗਾ ਸੀ ਰਾਜੇ ਦੇ ਹਿਰਦੇ ਦੇ ਵਿੱਚ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਦੇ ਪ੍ਰੇਮ ਦੇ ਵਿੱਚ ਖਿੱਚੇ ਹੋਏ ਹਜੂਰ ਸੰਗਲਾ ਦੀਪ ਜਾ ਕੇ ਉਸ ਨੂੰ ਦਰਸ਼ਨ ਦਿਦਾਰੇ ਬਖਸ਼ੇ ਸੀ। ਜਿਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਸਰਾਮ ਨਗਰ ਵਿਖੇ ਹਜੂਰ ਪਹੁੰਚਦੇ ਹਨ, ਹਜੂਰ ਸਾਧ ਸੰਗਤ ਜੀ ਬਾਹਰ ਪੜਾਅ ਕੀਤਾ ਹੈ ਸੰਗਤਾਂ ਨੇ, ਪਰ ਹਜੂਰ ਆਪ ਹੀ ਜਿਸ ਤਰ੍ਹਾਂ ਘੋੜੀ ਤੇ ਲਗੇ ਜਾਂਦੇ ਹਨ। ਕੁਝ ਹਜੂਰ ਦੇ ਨਾਲ ਗੁਰਸਿੱਖ ਹਨ, ਤਾਂ ਸਾਧ ਸੰਗਤ ਜੀ ਗੁਰਸਿੱਖ ਦੇਖਦੇ ਹਨ ਕਿ ਆਪੇ ਹੀ ਹਜੂਰ ਇਸ ਨਗਰ ਵਿੱਚ ਤਾਂ ਪਹਿਲੀ ਵਾਰ ਆਏ ਹਨ, ਪਰ ਗਲੀਆਂ ਦੇ ਵਿੱਚੋਂ ਆਪ ਹੀ ਹਜੂਰ ਚਾਚਾ ਫੱਗੂ ਜੀਆਂ ਦੇ ਘਰ ਵੱਲ ਲਗੇ ਜਾਂਦੇ ਹਨ। ਸੰਗਤਾਂ ਦੇਖ ਦੇਖ ਕੇ ਪਿੱਛੇ ਭੱਜੀਆਂ ਆਉਂਦੀਆਂ ਹਨ। ਜਿਸ ਸਮੇਂ ਸਾਧ ਸੰਗਤ ਜੀ ਉਸ ਦਰਵਾਜ਼ੇ ਦੇ ਵਿੱਚੋਂ ਦੇ ਘੋੜੇ ਤੇ ਸ਼ਸਤਰਾਂ ਦੇ ਨਾਲ ਸੰਬੱਧ ਹਜੂਰ ਘੋੜੀ ਤੇ ਚੜੇ ਹੋਏ ਜਿਸ ਤਰ੍ਹਾਂ ਅੱਗੇ ਅੰਦਰ ਵੜ ਕੇ ਉਸ ਤਖਤ ਦੇ ਪਾਸ ਚਲੇ ਜਾਂਦੇ ਹਨ, ਜਿਸ ਮੰਜੇ ਤੇ ਹਰ ਰੋਜ਼ ਇਹ ਚਾਚਾ ਫੱਗੂ ਜੀ ਇੱਕ ਸੁੰਦਰ ਗੁਰਸਿੱਖ ਉਹ ਵਿਛਾ ਕੇ ਰੱਖਦਾ ਸੀ, ਹਜੂਰ ਦਾ ਇੰਤਜ਼ਾਰ ਕਰਦਾ ਸੀ। ਜਿਸ ਸਮੇਂ ਹਜੂਰ ਉੱਥੇ ਪਹੁੰਚੇ ਉਸਨੇ ਵੀ ਸਾਧ ਸੰਗਤ ਜੀ ਹਜੂਰ ਦੇ ਪਹਿਲਾਂ ਦਰਸ਼ਨ ਨਾ ਸੀ ਕੀਤੇ। ਦੇਖਦਾ ਹੈ
ਕਿ ਭਾਵ ਐਸਾ ਪ੍ਰਤਾਪ ਹੈ ਚਿਹਰੇ ਤੇ, ਪਰ ਫਿਰ ਵੀ ਮਨ ਦੇ ਵਿੱਚ ਥੋੜਾ ਥੋੜਾ ਸ਼ੰਕਾ ਜਿਹਾ ਹੁੰਦਾ ਹੈ। ਪਰ ਚਿਹਰੇ ਤੇ ਦੇਖਦਾ ਹੈ ਕਿ ਠੰਡ ਪੈਂਦੀ ਹੈ ਦਰਸ਼ਨਾਂ ਕਰਕੇ ਚਾਚਾ ਜੀ ਫੱਗੋ ਜੀਆਂ ਨੂੰ, ਤੇ ਭੁੱਖਾਂ ਲੈਂਦੀਆਂ ਹਨ ਦਰਸ਼ਨ ਕਰਕੇ। ਪਰ ਗੁਰਸਿੱਖ ਦੇਖਦਾ ਹੈ ਇੱਕ ਐਸੇ ਪ੍ਰਤਾਪ ਦੇ ਸਹਿਤ ਕੌਣ ਹਨ ਜਿਨ੍ਹਾਂ ਦੇ ਚਿਹਰੇ ਤੋਂ ਮੇਰੀ ਭਾਵ ਨਿਗਾਹ ਹੀ ਨਹੀਂ ਹਟਦੀ। ਜਿਸ ਸਮੇਂ ਹਜੂਰ ਨੇ ਮੁਖੋਂ ਕਿਹਾ ਕਿ ਗੁਰਸਿੱਖਾ ਦੇਖ, ਤੇਰੀ ਭਾਵਨਾ ਸੀ ਕਿ ਮੈਂ ਸ਼ਸਤਰਾਂ ਬਸਤਰਾਂ ਸਮੇਤ ਭਾਵ ਘੋੜੇ ਤੇ ਚੜ੍ਹ ਕੇ ਤੇਰੇ ਇਸ ਦਰਵਾਜ਼ੇ ਦੇ ਵਿੱਚੋਂ ਲੰਘ ਕੇ ਆਵਾਂ, ਤਾਂ ਹਜੂਰ ਕਹਿੰਦੇ ਹਨ ਦੇਖ ਅਸੀਂ ਆ ਗਏ ਹਾਂ। ਤਾਂ ਉਸ ਸਮੇਂ ਪੁਲਕਾਤ ਅਵਸਥਾ ਹੋ ਜਾਂਦੀ ਹੈ ਗੁਰਸਿੱਖ ਦੀ, ਮੁਖ ਤੋਂ ਕੋਈ ਬਚਨ ਨਹੀਂ ਨਿਕਲਦਾ, ਰੋਮ ਰੋਮ ਖਿੜ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖਾਂ ਦੀ ਭਾਵਨਾ ਜਾਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਦਿੰਦੇ ਹਨ ਗੁਰਸਿੱਖ ਨੂੰ ਖੁੱਲੇ। ਗੁਰਸਿੱਖ ਸਾਧ ਸੰਗਤ ਜੀ ਬੜੇ ਪ੍ਰੇਮ ਨਾਲ, ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਪ੍ਰਸੰਗ ਇੱਕ ਪੂਰਾ ਲਿਖਦੇ ਹਨ, ਜਿਸ ਤਰ੍ਹਾਂ ਫਿਰ ਹਜੂਰ ਦੇ ਚਰਨਾਂ ਵਾਲਾ ਜੋੜਾਪਨ ਹੀ ਹਜੂਰ ਦੀ ਭਾਵ ਆਪਣੇ ਮੱਥੇ ਨਾਲ ਲਾ ਕੇ ਸਾਫ਼ ਕਰਦਾ ਹੈ, ਆਪਣੀ ਛਾਤੀ ਨਾਲ ਘੁੱਟ ਕੇ ਲਾ ਲੈਂਦਾ ਹੈ ਗੁਰਸਿੱਖ। ਐਸੇ ਹਜੂਰ ਤੇ ਹਜੂਰ ਦੇ ਗੁਰਸਿੱਖਾਂ ਦੀ ਸੇਵਾ ਕਰਦੇ ਹਨ। ਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਵੀ ਜੇ ਹਜੂਰ ਨੂੰ ਸਾਧ ਸੰਗਤ ਜੀ ਐਸੇ ਪ੍ਰੇਮ ਨਾਲ ਗੁਰਸਿੱਖ ਯਾਦ ਕਰਦੇ ਹਨ, ਤਾਂ ਉਸੇ ਸਰੂਪ ਵਿੱਚ ਹੀ ਹਜੂਰ ਦਰਸ਼ਨ ਦਿਦਾਰੇ ਬਖਸ਼ ਕੇ ਗੁਰਸਿੱਖਾਂ ਨੂੰ ਨਿਹਾਲ ਕਰਦੇ ਹਨ। ਜਿਸ ਤਰ੍ਹਾਂ ਕਾਂਛੀ ਦੀ ਧਰਤੀ ਤੇ ਸਾਧ ਸੰਗਤ ਜੀ ਅੱਗੇ ਜਿਸ ਤਰ੍ਹਾਂ ਪ੍ਰਸੰਗ ਆਵੇਗਾ, ਜੋ ਅਗਲਾ ਰਾਗ ਜੈਤਸਰੀ ਮਹੱਲਾ ਨਾਵਾ, ਅੱਜ ਅਖੀਰਲਾ ਸ਼ਬਦ ਹੈ ਧਨਾਸਰੀ ਰਾਗ ਵਿੱਚ ਜੋ ਅਗਲਾ ਸ਼ਬਦ ਹੈ। ਜਿਸ ਤਰ੍ਹਾਂ ਹਜੂਰ ਪਟਨੇ ਨੂੰ ਪਿਆਨਾ ਕਰਨਗੇ, ਉਹ ਨਾਲ ਨਾਲ ਹਜੂਰ ਦਾ ਇਤਿਹਾਸ ਤੇ ਉਹ ਸ਼ਬਦ ਦੀ ਕਥਾ ਸ਼ਰਵਣ ਕਰਾਂਗੇ। ਇਹ ਕਾਂਛੀ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਇਸ ਬਨਾਰਸ ਦੀ ਧਰਤੀ ਤੇ ਹਜੂਰ ਨੇ ਜਿਸ ਤਰ੍ਹਾਂ ਸਾਧੂ ਮਹਾਤਮਾ ਆਏ ਹਨ, ਤਾਂ ਉਹਨਾਂ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਜਗਿਆਸਾ ਜਾਗੀ ਹੈ ਹਜੂਰ ਦੇ ਦਰਸ਼ਨ ਕਰਦੇ, ਹਜੂਰ ਉਹਨਾਂ ਨੂੰ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ ਕਿ ਕਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਦੀ ਹੈ। ਬੜੀ ਭਾਰੀ ਗਿਣਤੀ ਦੇ ਵਿੱਚ ਭਾਵ ਹਜੂਰ ਦੇ ਦਰਸ਼ਨਾਂ ਦਾ ਪੁਰਬ ਲੱਗ ਗਿਆ ਹੈ। ਸਿੱਖ ਸੰਗਤਾਂ ਹਜੂਰ ਦੀਆਂ ਸੱਜ ਬੈਠੀਆਂ ਹਨ, ਸਾਧੂ ਮਹਾਤਮਾ ਸੱਜ ਬੈਠੇ ਹਨ। ਹਜੂਰ ਮੁਖ ਤੋਂ ਕੋਈ ਬਚਨ ਉਚਾਰਨ, ਸਾਰੀਆਂ ਸੰਗਤਾਂ ਇੱਕ ਟੱਕ ਹਜੂਰ ਨੂੰ ਤੱਕਦੀਆਂ ਹਨ। ਆਓ ਜਿਹੜੇ ਬਚਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਉਚਾਰੇ ਸਨ, ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕੀਤੇ ਹਨ। ਆਪਾਂ ਵੀ ਸਾਧ ਸੰਗਤ ਜੀ ਮਨ ਚਿੱਤ ਬਿਰਤੀਆਂ ਉੱਥੇ ਲੈ ਚੱਲੀਏ ਹਜੂਰ ਦੇ ਚਰਨਾਂ ਵਿੱਚ। ਕਥਾ ਦੀ ਖਾਸੀਅਤ ਇਹ ਹੈ ਸਾਧ ਸੰਗਤ ਜੀ, ਕਥਾ ਉੱਥੇ ਲੈ ਜਾਂਦੀ ਹੈ ਜਿੱਥੋਂ ਆਈ ਹੁੰਦੀ ਹੈ। ਧੁਰ ਤੋਂ ਆਈ ਹੈ ਤੇ ਸਾਧ ਸੰਗਤ ਜੀ ਧੁਰ ਵਿੱਚ ਹੀ ਲੈ ਜਾਵੇਗੀ। ਆਓ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਿਆਨ ਧਰੀਏ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਹਾਉ ਜਨਮ ਤਨਾਸਰੀ ਮਹੱਲਾ ਨਵਾਂ। ਤਨਾਸਰੀ ਰਾਗ ਵਿੱਚ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਦੇ ਹਿਰਦੇ ਦੀ ਲਾਲਸਾ ਜਾਣ ਕੇ ਤਾਂਘ ਜਾਣ ਕੇ ਹਜੂਰ ਮੇਰਾਂ ਦੇ ਘਰ ਵਿੱਚ ਆਏ ਹਨ। ਹਜੂਰ ਕਿਰਪਾ ਕਰ ਰਹੇ ਹਨ। ਅਬ ਮੈਂ ਕੌਣ ਉਪਾਇ ਕਰੋ। ਮਹਾਰਾਜ ਜੀਆਂ ਪਾਸ ਗੁਰਸਿੱਖ ਆ ਕੇ ਦੋਨੋਂ ਹੱਥ ਜੋੜ ਕੇ ਕਹਿੰਦੇ ਹਨ, ਹਜੂਰ ਅਬ ਮੈਂ ਕੌਣ ਉਪਾਉ ਕਰੂੰ। ਮਹਾਰਾਜ ਜੀ ਅਬ ਮੈਂ ਕਿ ਹੁਣ ਅਸੀਂ ਹਜੂਰ ਕਿਹੜਾ ਉਪਾਉ ਕਰਨਾ ਕਰੀਏ। ਜਿਹ ਬਿਦ ਮਨ ਕੋ ਸੰਸਾ ਚੂਕੈ। ਜਿਹ ਬਿਦ ਮਨ ਕੋ ਸੰਸਾ ਚੂਕੈ ਕਿ ਮਹਾਰਾਜ ਜੀ ਜਿਹੜੀ ਵਿਧੀ ਨਾਲ ਜੋ ਇਹ ਸਾਡੇ ਮਨ ਵਿੱਚ ਸੰਸਾ ਪਿਆ ਰਹਿੰਦਾ ਹੈ। ਹਜੂਰ ਸੰਸੇ ਤੋਂ ਭਾਵ ਹੁੰਦਾ ਹੈ ਸਾਧ ਸੰਗਤ ਜੀ ਸ਼ੰਕਾ, ਕਿ ਮਨ ਦੇ ਵਿੱਚ ਜਿਸ ਤਰ੍ਹਾਂ ਕਈ ਵਾਰ ਹਜੂਰ ਦੇ ਦਰਬਾਰ ਵਿੱਚ ਹੀ ਬੈਠੇ ਹੋਈਏ ਤਾਂ ਸਾਧ ਸੰਗਤ ਜੀ ਮਨ ਵਿੱਚ ਕੋਈ ਪ੍ਰੇਮ ਨਹੀਂ। ਐਦਾਂ ਹੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਣੇ ਆਪ ਨੂੰ ਬੰਦਾ ਜਾਣਦਾ ਹੈ ਕਿ ਜੋ ਕਰ ਰਿਹਾ ਹਾਂ ਇਹ ਮੈਂ ਕਰ ਰਿਹਾ ਹਾਂ, ਮਨ ਵਿੱਚ ਯਕੀਨ ਹੀ ਨਹੀਂ ਹੁੰਦਾ ਕਿ ਮਹਾਰਾਜ ਜੀ ਵੀ ਕਿਤੇ ਹੈ। ਕਿਉਂਕਿ ਸਾਧ ਸੰਗਤ ਜੀ ਜੇ ਯਕੀਨ ਹੋਵੇ ਤਾਂ ਬੰਦਾ ਕਦੇ ਪਾਪ ਨਾ ਕਰੇ। ਜੇ ਇਸ ਨੂੰ ਪਤਾ ਹੋਵੇ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਨਾਲ ਹੀ ਹਨ ਸਦਾ, ਤਾਂ ਸਾਧ ਸੰਗਤ ਜੀ ਕਿਉਂ ਪਾਪ ਕਰੇ,
ਕਿਉਂ ਕਿਸੇ ਦਾ ਦਿਲ ਦੁਖਾਵੇ, ਕਿਉਂ ਕੁਕਰਮ ਕਰੇ। ਪਰ ਸਾਧ ਸੰਗਤ ਜੀ ਸਭ ਦੇ ਮਨ ਵਿੱਚ ਤਕਰੀਬਨ ਇਹੋ ਹੀ ਸੰਸਾ ਹੈ। ਤਾਂ ਹਜੂਰ ਦੇ ਅੱਗੇ ਅਰਦਾਸ ਕਰਦੇ ਹਨ, ਮਹਾਰਾਜ ਜੀ ਕਿਹੜਾ ਉਪਾਅ ਕਰਨਾ ਕਰੀਏ ਜਿਹਦੇ ਨਾਲ ਸਾਡੇ ਮਨ ਵਿੱਚ ਇਹ ਜੋ ਸੰਸਾ ਹੈ ਇਹ ਦੂਰ ਹੋ ਜਾਵੇ। ਭਉ ਨਿਧ ਪਾਰ ਪਰੋ। ਅਤੇ ਇਹ ਭਉ ਨਿਧ ਜੋ ਭੈਦਾਇਕ ਸੰਸਾਰ ਹੈ, ਕਿਉਂਕਿ ਸਾਧ ਸੰਗਤ ਜੀ ਇਸ ਸੰਸਾਰ ਨੂੰ ਬੜਾ ਭੈ ਸਾਗਰ ਵੀ ਕਿਹਾ ਹੈ, ਭਵ ਸਾਗਰ ਵੀ ਕਿਹਾ ਹੈ। ਕਿਉਂਕਿ ਸਾਧ ਸੰਗਤ ਜੀ ਕਲਯੁਗ ਦੇ ਵਿੱਚ ਜੀਵ ਕਰਮ ਹੀ ਐਸੇ ਕਰਦੇ ਹਨ। ਤਾਂ ਸਾਧ ਸੰਗਤ ਜੀ ਆਪਾਂ ਨੂੰ ਤਾਂ ਬੜਾ ਸੁੰਦਰ ਲੱਗਦਾ ਹੈ। ਬੰਦਾ ਸੋਚਦਾ ਹੈ ਫੁੱਲ ਸਦਾ ਖਿੜੇ ਰਹਿਣੇ ਨੇ, ਮੈਂ ਕਦੇ ਬੁੱਢਾ ਹੀ ਨਹੀਂ ਹੋਣਾ। ਐਸੇ ਕੰਮ ਕਰਦਾ ਹੈ ਕਿ ਭਾਵ ਕਹੇ ਨਹੀਂ ਜਾ ਸਕਦੇ ਕਿ ਐਸੇ ਕਈ ਵਾਰਾਂ ਕੁਕਰਮ ਕਰਦਾ ਹੈ। ਇਹ ਸੋਚਦਾ ਹੈ ਸਾਹਮਣੇ ਚੱਲਦਾ ਹੋਇਆ ਇਸ ਨੂੰ ਮਰਦਾ ਹੋਇਆ ਤਾਂ ਕੋਈ ਦਿਖਾਈ ਦਿੰਦਾ ਹੈ, ਪਰ ਆਪਣੇ ਆਪ ਵਿੱਚ ਇਹ ਸੋਚਦਾ ਹੈ ਮੈਂ ਅਮਰ ਹਾਂ, ਮੈਂ ਨਹੀਂ ਕਦੇ ਜਾਣਾ। ਪਰ ਮਹਾਰਾਜ ਜੀ ਅੱਗੇ ਜਿਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਕਰਿਆ ਕਰੀਏ, ਮਹਾਰਾਜ ਜੀ ਸਾਨੂੰ ਤਾਂ ਇਹ ਪ੍ਰਤੀਤ ਨਹੀਂ ਹੁੰਦਾ, ਮਨ ਦੇ ਵਿੱਚ ਕਦੇ ਸਾਧ ਸੰਗਤ ਕਰਨ ਦੀ ਇੱਛਾ ਹੀ ਨਹੀਂ ਪ੍ਰਗਟ ਹੁੰਦੀ। ਇਹ ਮਹਾਰਾਜ ਜੀ ਭਉ ਨਿਧ ਪਾਰ ਹੋ ਜਾਈਏ, ਆਪ ਕਿਰਪਾ ਕਰਨੀ ਕਰੋ। ਇਸੇ ਤਰ੍ਹਾਂ ਆਰੰਭ ਤੋਂ ਅਬ ਮੈਂ ਕੌਣ ਉਪਾਉ ਕਰੋ। ਮਹਾਰਾਜ ਜੀਆਂ ਨੂੰ ਪੁੱਛਿਆ ਹੈ ਗੁਰਸਿੱਖ ਸੰਗਤਾਂ ਨੇ, ਹਜੂਰ ਕਿਹੜਾ ਉਪਾਅ ਕਰਨਾ ਕਰੀਏ। ਤਾਂ ਹਜੂਰ ਫਰਮਾਉਂਦੇ ਹਨ, ਸਭਨਾ ਉਪਾਵਾ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਮਹਾਰਾਜ ਜੀ ਕਹਿੰਦੇ ਹਨ, ਦੇਖ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਹਜੂਰ ਅਸੀਂ ਤਾਂ ਸੋਚਿਆ ਸੀ ਤੁਸੀਂ ਕਹੋਗੇ ਪੁੱਠਾ ਲਟਕਣਾ ਪਵੇਗਾ, ਬਹੁਤ ਬਹੁਤ ਧੂਣੀਆਂ ਤੌਣੀਆਂ ਪੈਣਗੀਆਂ। ਮਹਾਰਾਜ ਜੀ ਅਸੀਂ ਤਾਂ ਇਹ ਸੋਚਦੇ ਸੀ ਕਿ ਤੁਸੀਂ ਔਖਾ ਸਾਧਨ ਦੱਸੋਗੇ। ਪਰ ਹਜੂਰ ਕਹਿੰਦੇ ਹਨ, ਗੁਰਸਿੱਖਾ ਸਾਰਿਆਂ ਉਪਾਵਾਂ ਦਾ ਉਪਾਅ ਇਸ ਕਲਯੁਗ ਦੇ ਵਿੱਚ ਜੇ ਤੈਨੂੰ ਹਰੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਭਾਵ ਜੇ ਤੈਨੂੰ ਵਾਹਿਗੁਰੂ ਨਾਮ ਨਾਲ ਪ੍ਰੇਮ ਲੱਗ ਜਾਂਦਾ ਹੈ ਕਿ ਇਹ ਸਾਰੇ ਉਪਾਵਾਂ ਦਾ ਉਪਾਵ ਹੈ। ਹਜੂਰ ਸਾਡੇ ਹਿਰਦੇ ਦੂਜੇ ਉਪਾਅ ਕਰਕੇ ਕਦੇ ਖਿੰਡਦੇ ਰਹਿੰਦੇ ਹਨ, ਮਹਾਰਾਜ ਜੀ ਠੰਡ ਨਹੀਂ ਪੈਂਦੀ। ਹਜੂਰ ਕਹਿੰਦੇ ਹਨ, ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਮਹਾਰਾਜ ਜੀ ਕਹਿੰਦੇ ਹਨ, ਜਦੋਂ ਨਾਮ ਜਪੇਗਾ ਤੇਰੀਆਂ ਸਾਰੀਆਂ ਭਟਕਣਾਵਾਂ ਮਿਟ ਜਾਣਗੀਆਂ, ਮਨ ਸੀਤਲ ਨਿਰਮਲ ਹੋ ਜਾਵੇਗਾ ਤੇ ਅੰਦਰ ਸ਼ਾਂਤੀ ਤੇਰੇ ਸ਼ਾਂਤ ਹੋ ਜਾਵੇਗੀ। ਜਹ ਬਿਦ ਮਨ ਕੋ ਸੰਸਾ ਚੂਕੈ। ਜਹ ਬਿਦ ਮਨ ਕੋ ਸੰਸਾ ਚੂਕੈ, ਭਾਵ ਸੰਸੇ ਤੋਂ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀਆਂ ਨੇ ਕੱਲ ਵੀ ਅਰਥ ਸ਼ਰਵਣ ਕੀਤੇ ਸੀ, ਸੰਸੇ ਤੋਂ ਭਾਵ ਹੈ ਸ਼ੰਕਾ। ਸ਼ੰਕਾ ਜਿਸ ਤਰ੍ਹਾਂ ਸਾਧ ਸੰਗਤ ਜੀ ਬੋਲਿਆਂ ਵਿੱਚ ਸਿੰਘ ਵੀ ਕਈ ਕਿਹਾ ਕਰ ਦਿੰਦੇ ਹਨ, ਲਘੂ ਸ਼ੰਕਾ ਤੇ ਦੀਰਘ ਸ਼ੰਕਾ। ਇਹ ਟਾਇਲਟ ਆਦਿਕ ਦੀ ਕਿਰਿਆ ਨੂੰ ਭਾਵ ਗੰਦਗੀ ਨੂੰ ਸ਼ੰਕਾ ਕਹਿੰਦੇ ਹਨ। ਇਹ ਬੰਦੇ ਦੇ ਮਨ ਵਿੱਚ ਸਾਧ ਸੰਗਤ ਜੀ ਬੜੀ ਹੀ ਗੰਦਗੀ ਭਰੀ ਹੋਈ ਹੈ। ਇਸੇ ਤਰ੍ਹਾਂ ਸ਼ੰਕੇ ਤੋਂ ਭਾਵ ਹੁੰਦਾ ਹੈ ਜੰਗ ਯੁੱਧ ਲੜਾਈ। ਭਾਵ ਹਜੂਰ ਨੂੰ ਜਿਸ ਸਮੇਂ ਗੁਰਸਿੱਖ ਕਹਿੰਦੇ ਹਨ, ਮਹਾਰਾਜ ਜੀ ਮਨ ਦੇ ਵਿੱਚ ਤਾਂ ਯੁੱਧ ਹੀ ਚੱਲਦੇ ਰਹਿੰਦੇ ਹਨ, ਈਰਖਾ ਹੀ ਚੱਲਦੀ ਰਹਿੰਦੀ ਹੈ, ਮਹਾਰਾਜ ਜੀ ਕਿਵੇਂ ਜਿੱਤਿਆ ਜਾਵੇ। ਤਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਹਾਂ ਗੁਸਾਈ ਦਾ ਪਹਿਲਵਾਨੜਾ। ਗੁਰਸਿੱਖਾਂ ਨੂੰ ਕਹਿੰਦੇ ਹਨ, ਹਜੂਰ ਮਨ ਵਿੱਚ ਧਾਰ ਕੇ ਰੱਖਿਆ ਕਰੋ, ਤੁਸੀਂ ਆਮ ਨਹੀਂ। ਕਿਉਂਕਿ ਸਾਧ ਸੰਗਤ ਜੀ ਨਾਨਕ ਸਤਿਗੁਰ ਮੀਤ ਹਮਾਰਾ, ਹਮ ਨਾਹੀ ਲੋਕਾਣੇ। ਇਹ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਆਮ ਲੋਕਾਂ ਵਰਗੇ ਨਹੀਂ ਹਨ। ਮਹਾਰਾਜ ਜੀ ਕਹਿੰਦੇ ਹਨ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਜਿਸ ਸਮੇਂ ਗੁਰਸਿੱਖਾਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁੱਛਿਆ ਸੀ ਕਿ ਮਹਾਰਾਜ ਜੀ ਸਾਨੂੰ ਕੁਸ਼ਤੀ ਦੇ ਪ੍ਰਕਰਨ ਕਰਕੇ ਦੱਸੋ ਕਿ ਇਹ ਮਨਮੁਖ ਹੁੰਦੇ ਹਨ, ਉਹ ਕਿਵੇਂ ਜਾਂਦੇ ਹਨ ਤੇ ਗੁਰਸਿੱਖ ਕਿਵੇਂ ਇਸ ਸੰਸਾਰ ਨੂੰ ਜਿੱਤ ਕੇ ਜਾਂਦੇ ਹਨ। ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਇਆ ਸੀ, ਇਹ ਸਾਧ ਸੰਗਤ ਜੀ ਦੁਮਾਲੇ ਦੇ ਸ਼ਲੋਕ ਹਨ। ਜੋ ਨਿਹੰਗ ਸਿੰਘ, ਜੋ ਸਾਧ ਸੰਗਤ ਜੀ ਜਿਸ ਸਮੇਂ ਆਪਣੇ ਸੀਸ ਤੇ ਦੁਮਾਲਾ ਚਲਾਉਂਦੇ ਹਨ, ਉਸ ਸਮੇਂ ਇਹ ਸ਼ਲੋਕ ਵੀ ਪੜਿਆ ਕਰਦੇ ਹਨ। ਕਹਿੰਦੇ ਹਨ, ਹਾਂ ਗਸਾਈ ਦਾ ਪਹਿਲਵਾਨੜਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਅਸੀਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਮਹਾਰਾਜ ਜੀਆਂ ਦੇ ਪਹਿਲਵਾਨ ਹਾਂ। ਹਜੂਰ ਜਿਸ ਸਮੇਂ ਪਹਿਲਵਾਨ ਕੁਸ਼ਤੀ ਜਿੱਤਦਾ ਹੈ, ਉਹਦੇ ਸਾਧ ਸੰਗਤ ਜੀ ਪੁਰਾਣੇ ਸਮੇਂ ਵਿੱਚ ਛਿੰਝਾਂ ਪਿਆ ਕਰਦੀਆਂ ਸਨ, ਖਾੜੇ ਲੱਗਦੇ ਸਨ, ਤਾਂ ਉਸ ਦੇ ਸੀਸ ਤੇ ਇੱਕ ਤੁਰਲੇ ਜਿਹੀ ਵਾਲੀ ਦਸਤਾਰ ਸਜਾਈ ਜਾਂਦੀ ਸੀ। ਮਹਾਰਾਜ ਜੀ ਆਪ ਜੀਆਂ ਨੂੰ ਕੀ ਮਿਲਿਆ ਹੈ? ਤਾਂ ਹਜੂਰ ਕਹਿੰਦੇ ਹਨ, ਮੈਂ ਗੁਰਮਿਲ ਉੱਚ ਦਮਾਲੜਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਇਹ ਗੁਰਤਾ ਗੱਦੀ ਰੂਪ ਉੱਚਾ ਦਮਾਲਾ ਬਖਸ਼ਿਆ ਹੈ।
ਤਾਂ ਸਾਧ ਸੰਗਤ ਜੀ ਇੱਥੋਂ ਇਹ ਦੁਮਾਲਾ ਸ਼ਬਦ ਸੀ ਜੋ ਨਿਹੰਗ ਸਿੰਘ ਫਰਲੇ ਵਾਲੇ ਜਿਨ੍ਹਾਂ ਨੂੰ ਮਹਾਂਕਾਲ ਸਿੰਘ ਕਿਹਾ ਜਾਂਦਾ ਹੈ, ਇੱਥੋਂ ਇਹ ਦੁਮਾਲਾ ਸ਼ਬਦ ਚੱਲਿਆ ਸੀ ਕਿ ਉੱਪਰੋਂ ਜਿਹੜਾ ਉਹ ਫਰਲਾ ਛੱਡਦੇ ਹਨ, ਭਾਵ ਉਹ ਨਿਸ਼ਾਨ ਸਾਹਿਬ ਹੁੰਦਾ ਹੈ। ਕਿਉਂਕਿ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੰਗ ਦੇ ਮੈਦਾਨ ਵਿੱਚ ਸਿੱਖਾਂ ਨੇ ਆਖਿਆ ਸੀ, ਹਜੂਰ ਉਹ ਸਾਡਾ ਨਿਸ਼ਾਨ ਸਾਹਿਬ ਧਰਤੀ ਤੇ ਡਿੱਗ ਗਿਆ ਹੈ, ਤਾਂ ਹਜੂਰ ਨੇ ਜਿਸ ਤਰ੍ਹਾਂ ਕਵੀ ਟਹਿਕਣ ਜੀ ਮਹਾਰਾਜ ਜੀਆਂ ਦੇ ਹਜੂਰੀ ਕਵੀ ਕਹਿੰਦੇ ਹਨ, ਹਜੂਰ ਨੇ ਉਸ ਸਮੇਂ ਬਚਨ ਕਹੇ ਸੀ, ਅਬ ਨਿਸ਼ਾਨ ਬਣਾਉ ਐਸਾ ਜੋ ਕਬ ਟੂਟੈ ਨਾਹੀ, ਏਕ ਸਿੰਘ ਕੇ ਕਰ ਮੈਂ ਝੂਲੈ ਏਕ ਸੀਸ ਲਹਿਰਾਵੈ, ਨੀਲ ਅੰਬਰ ਪੀਤੰਬਰ ਵਾਕਾ ਫਰਰਾ ਅਜਬ ਹਲਾਵੈ। ਮਹਾਰਾਜ ਜੀ ਕਹਿੰਦੇ ਹਨ ਐਸਾ ਨਿਸ਼ਾਨ ਬਣਾ ਦੇਵਾਂਗੇ, ਇੱਕ ਸਿੰਘ ਦੇ ਕਰ ਭਾਵ ਹੱਥ ਵਿੱਚ ਝੂਲੇਗਾ ਤੇ ਇੱਕ ਸੀਸ ਤੇ ਭਾਰੀ ਸੋਭਾ ਪਾਵੇਗਾ ਜੋ ਮਹਾਕਾਲ ਫਰਲਾ ਸਜਾਉਂਦੇ ਹਨ। ਇੱਥੇ ਹਜੂਰ ਕਹਿੰਦੇ ਹਨ ਇਸ ਸੰਸਾਰ ਦੀ ਪੈਂਦੀ ਹੋਈ ਕੁਸ਼ਤੀ ਦੇ ਵਿੱਚ ਮਹਾਰਾਜ ਜੀਆਂ ਨੇ ਉੱਚਾ ਜਸ ਰੂਪੀ ਜੋ ਨਾਮ ਬਖਸ਼ਿਆ ਹੈ, ਗੁਰਸਿੱਖਾਂ ਦੇ ਸੀਸ ਤੇ ਦਸਤਾਰੇ ਸਜਾਏ ਹਨ। ਸਭ ਹੋਈ ਛਿੰਝ ਇਕੱਠੀਆਂ, ਦਇਓ ਬੈਠਾ ਵੇਖੈ ਆਪ ਜੀਓ। ਜਿਸ ਸਮੇਂ ਸਾਧ ਸੰਗਤ ਜੀ ਕੁਸ਼ਤੀ ਹੁੰਦੀ ਹੈ, ਇਹ ਛਿੰਝ ਦੇ ਪ੍ਰਕਰਨ ਨਾਲ ਹਜੂਰ ਦੱਸਦੇ ਹਨ, ਆਪ ਅਕਾਲ ਪੁਰਖ ਵਾਹਿਗੁਰੂ ਉੱਥੇ ਬੈਠਾ ਦੇਖਦੇ ਹਨ। ਤਾਂ ਸਾਧ ਸੰਗਤ ਜੀ ਇਸ ਤੋਂ ਭਾਵ ਹੈ ਜੋ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਆਏ ਹਨ, ਇੱਕ ਸਾਧ ਸੰਗਤ ਜੀ ਗੁਰਮੁਖ ਤੇ ਜਾਂ ਮਨਮੁਖ ਦੇ ਪ੍ਰਕਰਨ ਨਾਲ ਦੇਖਿਆ ਜਾਵੇ, ਆਪ ਅਕਾਲ ਪੁਰਖ ਵਾਹਿਗੁਰੂ ਉੱਪਰ ਬੈਠਾ ਸਭ ਦੇਖ ਰਿਹਾ ਹੈ। ਇਸ ਸੰਸਾਰ ਵਿੱਚ ਅਖਾੜਾ ਪਿਆ ਹੋਇਆ ਹੈ, ਵਾਤ ਵੱਜਣ ਟਮਕ ਭੇਰੀਆਂ। ਸਾਧ ਸੰਗਤ ਜੀ ਫਿਰ ਗੁਰਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਜੀ ਉੱਥੇ ਤਾਂ ਬੜੇ ਬੜੇ ਟਮਕ ਭੇਰੀਆਂ ਭਾਵ ਨਗਾਰੇ ਆਦਿਕ ਤੂਤੀਆਂ ਵੱਜਦੀਆਂ ਹਨ। ਇਹ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ ਇੱਥੇ ਵੀ ਵੱਜਦੀਆਂ ਹਨ। ਜਿਹੜੇ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਵਜਾਉਂਦੇ ਹਨ, ਇਹ ਮਾਨੋ ਕਿ ਡੰਕਾ ਹੀ ਹਜੂਰ ਦੇ ਜਸ ਦਾ ਖੜਕਾ ਰਹੇ ਹਨ। ਇਤਿਆਦਿਕ ਸਾਧ ਸੰਗਤ ਜੀ ਦੂਜੇ ਪਾਸੇ ਕਈ ਗਾਣੇ ਵੀ ਵਜਾਉਂਦੇ ਹਨ, ਭਾਵ ਉਹ ਸਾਧ ਸੰਗਤ ਜੀ ਜੋ ਮਹਾਰਾਜ ਜੀ ਕਹਿੰਦੇ ਹਨ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਭਾਵ ਇਹ ਤਾਂ ਵਿਅਰਥ ਚੀਜ਼ਾਂ ਹਨ। ਇਹ ਸਾਧ ਸੰਗਤ ਜੀ ਜੋ ਨਗਾਰੇ ਆਦਿਕ ਧੌਂਸੇ ਵੱਜਦੇ ਹਨ, ਇਹ ਯੋਧਿਆਂ ਨੂੰ ਸੁਣ ਸੁਣ ਕੇ ਚਾਹ ਚੜ੍ਹਦਾ ਹੈ। ਰਣ ਦੇਖ ਸੂਰੈ ਚਿੱਤ ਉਲਾਸ, ਭਾਵ ਜਦੋਂ ਐਸੇ ਨਗਾਰਾ ਹਜੂਰ ਦਾ ਵੱਜਦਾ ਹੈ ਤਾਂ 22 ਧਾਰ ਦੇ ਪਹਾੜੀ ਸਾਧ ਸੰਗਤ ਜੀ ਥੜ ਥੜ ਕੰਬਿਆ ਕਰਦੇ ਸੀ। ਮਹਾਰਾਜ ਜੀ ਕਹਿੰਦੇ ਹਨ ਮਲ ਲੱਥੇ ਲੈਦੇ ਫੇਰੀਆ। ਜਿਹੜੇ ਮਲ ਖਿਡਾਰੀ ਹੁੰਦੇ ਹਨ ਉਹ ਸਾਧ ਸੰਗਤ ਜੀ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਜਿਹੜੇ ਤਾਂ ਗੁਰਸਿੱਖ ਹਨ, ਪਹਿਲਾਂ ਸਾਧ ਸੰਗਤ ਜੀ ਜਿਵੇਂ ਗਰਾਊਂਡ ਦਾ ਭੱਜ ਕੇ ਜਿਹੜੇ ਖਿਡਾਰੀ ਹਨ ਉਹ ਚੱਕਰ ਲਾਉਂਦੇ ਹਨ, ਇਹ ਸਾਧ ਸੰਗਤ ਜੀ ਜਦੋਂ ਖਿਡਾਰੀ ਪਹਿਲਾਂ ਆ ਕੇ ਜਿਸ ਤਰ੍ਹਾਂ ਆਪਣੀ ਕਸਰਤ ਕਰਦੇ ਹਨ, ਜਿਹਨੂੰ ਵਾਰਮ ਅਪ ਕਹਿ ਦਿੰਦੇ ਹਾਂ, ਬੜੀਆਂ ਬੜੀਆਂ ਐਕਸਰਸਾਈਜ਼ਾਂ ਕਰਦੇ ਹਨ, ਡੰਡ ਲਾਉਂਦੇ ਹਨ, ਇਹ ਭਾਵ ਜਦੋਂ ਦੂਸਰੀ ਟੀਮ ਦੇਖਦੀ ਹੈ ਅੱਧਾ ਤਾਂ ਹੌਸਲਾ ਉਹਨਾਂ ਦਾ ਉਦਾਂ ਹੀ ਪਸਤ ਹੋ ਜਾਂਦਾ ਹੈ, ਤੇ ਦੂਸਰਾ ਜੇ ਮਨ ਵਿੱਚ ਕੌਨਫੀਡੈਂਸ ਹੀ ਨਾ ਹੋਵੇ ਕਿ ਸਾਧ ਸੰਗਤ ਜੀ ਇਸ ਤੋਂ ਭਾਵ ਹੈ ਜਿਹੜੇ ਗੁਰਸਿੱਖ ਹਨ ਮਨ ਦੇ ਵਿੱਚ ਭਰੋਸਾ ਹੁੰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਸੀਸ ਤੇ ਭਾਵ ਪਿੱਠ ਤੇ ਹਜੂਰ ਦਾ ਥਾਪੜਾ ਹੈ, ਤਾਂ ਕਦੇ ਵੀ ਆਪਣੇ ਮਨ ਵਿੱਚ ਸਾਧ ਸੰਗਤ ਜੀ ਡੋਲਦੇ ਨਹੀਂ ਹਨ। ਸੰਸਾਰੀ ਲੋਕ ਡੋਲ ਜਾਂਦੇ ਹਨ ਕਿ ਹੁਣ ਕੀ ਬਣੇਗਾ, ਇੰਨਾ ਦੁੱਖਾਂ ਦਾ ਪਹਾੜ ਸਾਡੇ ਸਿਰ ਤੇ ਢਹਿ ਪਿਆ ਹੈ, ਪਰ ਸਾਧ ਸੰਗਤ ਜੀ ਗੁਰਸਿੱਖ ਇਸ ਸੰਸਾਰ ਨੂੰ ਇੱਕ ਕੁਸ਼ਤੀ ਦੀ ਨਿਆਈ ਜਾਣ ਕੇ ਆ ਕੇ ਜਦੋਂ ਬੈਠਕਾਂ ਕੱਢਦੇ ਹਨ, ਭਾਵ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਚਾਰਦੇ ਹਨ, ਇਹ ਸਾਧ ਸੰਗਤ ਜੀ ਕੌਨਫੀਡੈਂਸ ਦੇ ਸਹਿਤ ਗੁਰਸਿੱਖ ਜੰਗ ਦੇ ਮੈਦਾਨ ਚ ਉਤਰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਨਿਹ ਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਕਹਿੰਦੇ ਹਨ ਜਿਸ ਤਰ੍ਹਾਂ ਕੁਸ਼ਤੀ ਦੇ ਵਿੱਚ ਸਾਧ ਸੰਗਤ ਜੀ ਇੱਕ ਨਾਲ ਇੱਕ ਲੜਦਾ ਹੈ ਜਾਂ ਵੱਧ ਤੋਂ ਵੱਧ ਇੱਕ ਭਲਵਾਨ ਨਾਲ 2 ਲੜਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਇਸ ਕੁਸ਼ਤੀ ਦੇ ਵਿੱਚ ਜਿਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰ ਥਾਪੀ ਦਿੱਤੀ ਕੰਡ ਜੀਓ, ਮਹਾਰਾਜ ਜੀਆਂ ਨੇ ਕੰਡ ਤੇ ਥਾਪੀ ਦਿੱਤੀ ਨਿਹ ਤੇ 5 ਜਵਾਨ ਮੈਂ। ਇਹ ਜਿਹੜੇ 5 ਬੜੇ ਜਵਾਨ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਕਹਿੰਦੇ ਸੀ ਅਸੀਂ ਕਿਸੇ ਨੂੰ ਨਹੀਂ ਛੱਡਿਆ। ਨਿਹਤੇ ਤੋਂ ਭਾਵ ਹੁੰਦਾ ਹੈ ਨੂੜਨਾ। ਹਜੂਰ ਕਹਿੰਦੇ ਹਨ ਨੂੜ ਕੇ ਚਿੱਤ ਕਰ ਦਿੱਤੇ, ਪਟਕ ਕੇ ਸੁੱਟ ਦਿੱਤੇ, ਗੁਰ ਥਾਪੀ ਦਿੱਤੀ ਕੰਡ ਜੀਓ। ਕਹਿੰਦੇ ਹਨ ਮਹਾਰਾਜੀਆਂ ਨੇ ਐਸੀ ਸਾਡੀ ਪਿੱਠ ਤੇ ਥਾਪੀ ਦਿੱਤੀ, ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ। ਸਭ ਇਕੱਠੇ ਤਾਂ ਆਉਂਦੇ ਹਨ ਕੁਸ਼ਤੀ ਦਾ ਮੈਦਾਨ ਦੇਖ ਕੇ, ਪਰ ਸਾਧ ਸੰਗਤ ਜੀ ਜਿਹੜੇ ਪਹਿਲਵਾਨ ਜਿੱਤ ਜਾਂਦੇ ਹਨ ਉਹ ਮੋਢਿਆਂ ਤੇ ਚੜ ਕੇ ਜਾਂਦੇ ਹਨ ਖੁਸ਼ੀ ਨਾਲ, ਤੇ ਜਿਹੜੇ ਹਾਰ ਜਾਂਦੇ ਹਨ ਉਹ ਦੂਸਰੇ ਰਾਹ ਰਾਹੀਂ ਜਾਂਦੇ ਹਨ। ਇਸ ਤੋਂ ਭਾਵ ਹੈ ਜੋ ਸੰਸਾਰ ਵਿੱਚ ਆ ਕੇ ਨਾਮ ਜਪ ਕੇ ਜਾਂਦੇ ਹਨ ਉਹਨਾਂ ਲਈ ਚੰਗੀਆਂ ਸਵਾਰੀਆਂ ਸੱਚਖੰਡ ਵਿੱਚ ਜਾਂਦੇ ਹਨ, ਪਰ ਜਿਹੜੇ ਘਰ
ਜਾਸਨ ਵਾਟ ਵਟਾਇਆ। ਜਿਹੜੇ ਹਾਰ ਜਾਂਦੇ ਹਨ ਕਦੇ ਪਤਾ ਹੀ ਨਹੀਂ ਲੱਗਿਆ ਕਿ ਨਾਮ ਜਪਣ ਵਾਸਤੇ ਆਏ ਸੀ। ਮਹਾਰਾਜ ਜੀ ਕਹਿੰਦੇ ਹਨ ਉਹ ਫਿਰ ਕੇ ਜੂਨਾ ਵਿੱਚ ਆਉਂਦੇ ਹਨ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੈ ਮੂਲ ਗਵਾਏ ਜੀਓ। ਗੁਰਮੁਖ ਤਾਂ ਉਸ ਤੋਂ ਉੱਪਰ ਹੋਰ ਲਾਹਾ ਲੈ ਜਾਂਦੇ ਹਨ, ਪਰ ਮਨਮੁਖ ਤਾਂ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਹਨ। ਜਿਸ ਤਰ੍ਹਾਂ ਹਜੂਰ ਨੂੰ ਪੁੱਛਦੇ ਹਨ, ਜਿਹ ਬਿਦ ਮਨ ਕੋ ਸੰਸਾ ਚੂਕੈ। ਇਹ ਮਹਾਰਾਜ ਜੀ ਜੰਗ ਸ਼ੰਕਾ ਕਿਵੇਂ ਜਿੱਤਿਆ ਜਾਵੇ? ਮਹਾਰਾਜ ਜੀ ਕਹਿੰਦੇ ਹਨ, ਨਾਮ ਜਪਿਆ ਕਰ ਤਾਂ ਪਰਲੋਕ ਵਿੱਚ ਸੁਰਖਰੂ ਹੋ ਕੇ ਪ੍ਰਤਾਪ ਦੇ ਸਹਿਤ ਜਾਵੇਂਗਾ। ਭਉ ਨਿਧ ਪਾਰ ਪਰੋ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰਮੁਖ ਲਾਹਾ ਲੈ ਗਏ। ਮਹਾਰਾਜ ਜੀ ਕਹਿੰਦੇ ਹਨ, ਭਉ ਨਿਧ ਪਾਰ ਪਰੋ। ਇਹ ਭੈਦਾਇਕ ਸੰਸਾਰ ਗੁਰਮੁਖ ਪਾਰ ਹੋ ਜਾਂਦੇ ਹਨ ਤੇ ਜਿਹੜੇ ਮਨਮੁਖ ਹੁੰਦੇ ਹਨ ਉਹ ਮੂਲ ਗਵਾ ਕੇ ਇਸ ਸੰਸਾਰ ਤੋਂ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਹੁਣ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਅਰਦਾਸ ਕਰਨ ਦਾ ਸਾਨੂੰ ਵੱਲ ਦੱਸਦੇ ਹਨ। ਜਨਮ ਪਾਏ ਕਛ ਭਲੋ ਨ ਕੀਨੋ। ਹਜੂਰ ਆਪ ਜੀਆਂ ਨੇ ਸਾਨੂੰ ਮਿਹਰ ਕਰਕੇ ਇਹ ਮਨੁੱਖਾ ਜਨਮ ਦਿੱਤਾ ਹੈ, ਪਰ ਮਹਾਰਾਜ ਜੀ ਕੋਈ ਵੀ ਭਲਾ ਕੰਮ ਹੀ ਨਹੀਂ ਕੀਤਾ। ਮਹਾਰਾਜ ਜੀ ਇਸ ਦੇਹੀ ਨਾਲ ਸਗੋਂ ਮਹਾਰਾਜ ਜੀ ਦੂਸਰਿਆਂ ਨੂੰ ਦੇਖ ਕੇ ਏਦਾਂ ਹੀ ਮਨ ਵਿੱਚ ਈਰਖਾ ਪੈਦਾ ਹੁੰਦੀ ਹੈ ਕਿ ਉਹ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਿਆ। ਮਹਾਰਾਜ ਜੀ ਕੋਈ ਦਾਨ ਪੁੰਨ ਵੀ ਨਹੀਂ ਕੀਤਾ। ਇਥੋਂ ਤਿੱਕਰ ਦਾਨ ਤਾਂ ਕੀ ਕਰਨਾ ਸੀ, ਸਾਧ ਲੂਟ ਲੈ ਹੈ। ਸਾਧਾ ਮਹਾਤਮਾ ਨੂੰ ਜੋ ਭੋਲਾ ਦਿਖਦਾ ਹੈ ਮੈਨੂੰ, ਉਹਨੂੰ ਵੀ ਹਜੂਰ ਮੈਂ ਲੁੱਟ ਲੈਂਦਾ ਹਾਂ, ਠੱਗੀਆਂ ਮਾਰਦਾ ਹਾਂ। ਇਹ ਜਨਮ ਪਾ ਕੇ ਮੈਨੂੰ ਐ ਲੱਗਦਾ ਹੈ ਕਿ ਮਹਾਰਾਜ ਜੀ ਇਹ ਭੋਗਣ ਵਾਸਤੇ ਦਿੱਤਾ ਹੈ। ਇਹ ਆਪ ਜੀਆਂ ਨੇ ਤਨ ਮੈਨੂੰ, ਮੈਂ ਮਹਾਰਾਜ ਜੀ ਬਹੁਤ ਖਲਬਲੀਆਂ ਅਡਾਉਣਾ ਹਾਂ। ਕੋਈ ਭਲਾ ਕੰਮ ਤਾਂ ਹਜੂਰ ਮੈਂ ਕੀਤਾ ਹੀ ਨਹੀਂ। ਤਾਤੇ ਅਦਕ ਡਰੋ। ਇਸ ਕਰਕੇ ਮਹਾਰਾਜ ਜੀ ਮੇਰੇ ਮਨ ਵਿੱਚ ਡਰ ਪੈਦਾ ਹੁੰਦਾ ਹੈ ਮਹਾਰਾਜ ਜੀ ਕਿ ਮੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਮੈਂ ਇੰਨਾ ਪਾਪੀ ਹਾਂ। ਤੁਸੀਂ ਕਹਿੰਦੇ ਹੋ ਇਹੋ ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਸ ਜਗਦੀਸ਼ ਦਿਓ। ਤੁਸੀਂ ਕਹਿੰਦੇ ਹੋ ਚੇਤਾ ਕਰ ਲਾ, ਕਾਲ ਪੁਰਖ ਵਾਹਿਗੁਰੂ ਨੇ ਚੇਤਾ ਕਰਨ ਵਾਸਤੇ ਦਿੱਤਾ ਹੈ। ਪਰ ਮਹਾਰਾਜ ਜੀ ਬਜ਼ੁਰਗ ਹੋ ਗਿਆ ਹਾਂ, ਹੁਣ ਤਾਂ ਸਾਰੀ ਉਮਰ ਹੀ ਹੱਸਣ ਖੇਡਣ ਵਿੱਚ ਲੰਘਾ ਦਿੱਤੀ ਹੈ। ਮਹਾਰਾਜ ਜੀ ਇਸ ਕਰਕੇ ਮਨ ਦੇ ਵਿੱਚ ਡਰ ਹੈ। ਮਨ ਵਿੱਚ ਕ੍ਰਮ ਹਰ ਗੁਣ ਨਹੀਂ ਗਾਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਵਿੱਚ ਅਰਦਾਸ ਕਰੀਏ। ਮਹਾਰਾਜ ਜੀ ਮਨ ਕਰਕੇ ਬਚਨਾ ਕਰਕੇ ਤੇ ਪ੍ਰਤੱਖ ਜੋ ਕੰਮ ਕਰਦੇ ਹਾਂ ਕਰਮ ਹਰ ਗੁਣ ਨਹੀਂ ਗਾਏ। ਮਹਾਰਾਜ ਜੀ ਕਦੇ ਵੀ ਆਪ ਜੀਆਂ ਦੇ ਜੋ ਸੋਹਣੇ ਗੁਣ ਹਨ, ਭਾਵ ਮਹਾਰਾਜ ਜੀ ਆਪ ਜੀਆਂ ਦਾ ਕਦੇ ਕੀਰਤਨ ਸੁਣਨ ਵਿੱਚ ਭਾਵ ਸਾਡੇ ਤੋਂ 5 ਮਿੰਟ ਨਹੀਂ ਬੈਠਾ ਜਾਂਦਾ। ਹਜੂਰ ਇੰਨੀ ਨਿਰੋਲ ਹਜੂਰ ਦੀ ਬ੍ਰਹਮ ਗਿਆਨ ਦੀ ਹਜੂਰ ਤੁਹਾਡੀ ਕਥਾ ਹੁੰਦੀ ਹੈ। ਜੇ ਫਿਲਮ ਵੇਖਣੀ ਹੈ ਮਹਾਰਾਜ ਜੀ ਇੱਕ ਤਾਂ ਪੱਲਿਓਂ ਪੈਸੇ ਦਿੰਦਾ ਹਾਂ, 2 ਘੰਟੇ ਲਾ ਕੇ ਬੈਠਾ ਹਾਂ ਤੇ ਮਨ ਵਿੱਚ ਵੀ ਵਿਸ਼ੇ ਫੁਰਦੇ ਨੇ, ਪਰ ਤੁਹਾਡੀ ਸੰਗਤ 'ਚ ਮਹਾਰਾਜ ਜੀ ਸ਼ਾਂਤੀ ਮਿਲਦੀ ਹੈ, ਸੋਹਣਾ ਤੁਹਾਡਾ ਜਸ ਹੈ। ਪਰ ਮਹਾਰਾਜ ਜੀ ਮੈਨੂੰ ਐਸੇ ਕੰਨ ਹੀ ਨਹੀਂ ਲੱਗੇ ਜਿਨ੍ਹਾਂ ਕਰਕੇ ਮੈਨੂੰ ਆਪ ਜੀਆਂ ਦਾ ਜਸ ਸ਼ਰਵਣ ਪਵੇ। ਮੇਰੇ ਪਾਸ ਐਸੇ ਕੰਨ ਹਨ ਜੋ ਵਿਸ਼ਿਆਂ ਵੱਲ ਜਾਂਦੇ ਹਨ। ਹਜੂਰ ਕਿਰਪਾ ਕਰੋ, ਐਡਾ ਵੱਡਾ ਪਾਪੀਆਂ ਹਜੂਰ ਆਪ ਜੀਆਂ ਦਾ ਜਸ ਸੁਣਨ ਬੈਠਦਾ ਹਾਂ, ਮਹਾਰਾਜ ਜੀ ਨੀਂਦ ਆ ਜਾਂਦੀ ਹੈ। ਕਥਾ ਤਾਂ ਮੈਨੂੰ ਉਹ ਸੋਹਣੀ ਲੱਗਦੀ ਹੈ ਜਿਸ ਵਿੱਚ ਚੁਟਕਲੇ ਸੁਣਾਏ ਜਾਣ, ਹਾਸੇ ਵਾਲੀ ਗੱਲ ਸੁਣਾਈ ਜਾਵੇ। ਪਰ ਜਦੋਂ ਕੋਈ ਗੁਰਬਾਣੀ ਦੀ ਕਥਾ ਕਰਦਾ ਹੈ, ਪਰ ਮਹਾਰਾਜ ਜੀ ਮੇਰੇ ਤਾਂ ਕੰਨਾਂ ਵਿੱਚ ਨਹੀਂ ਪੈਂਦੀ। ਜਹ ਜੀ ਸੋਚ ਤਰੋ। ਮਹਾਰਾਜ ਜੀ ਇਹ ਚਿੰਤਾ ਹੁਣ ਮੇਰੇ ਹਿਰਦੇ ਦੇ ਵਿੱਚ ਆਪ ਜੀਆਂ ਦੇ ਦਰਸ਼ਨ ਕਰਕੇ ਪੈ ਗਈ ਹੈ ਕਿ ਮੇਰਾ ਕੀ ਉਧਾਰ ਹੋਵੇਗਾ, ਮੇਰੇ ਵਰਗੇ ਪਾਪੀ ਨੂੰ ਵੀ ਕੋਈ ਰੱਖੇਗਾ। ਹਜੂਰ ਕਿਰਪਾ ਕਰੋ, ਸਾਨੂੰ ਦੱਸਣਾ ਕਰੋ ਹਜੂਰ। ਮਨ ਬਚ ਕ੍ਰਮ। ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ। ਸਾਧ ਸੰਗਤ ਜੀ ਜਦੋਂ ਮਨ ਵਿੱਚ ਨਾ ਭਰੋਸਾ ਹੋਵੇ ਤਾਂ ਸਾਧ ਸੰਗਤ ਜੀ ਫਿਰ ਬਚਨਾਂ ਵਿੱਚ ਵੀ ਕਚਿਆਈ ਆ ਜਾਂਦੀ ਹੈ ਉਹਨਾਂ ਦੇ, ਕਿਉਂਕਿ ਉਹ ਫਿਰ ਬਚਨ ਵੀ ਐਸੇ ਕਰਨ ਲੱਗ ਜਾਂਦੇ ਹਨ ਨਾਸਤਕਾਂ ਵਾਲੇ, ਉਹਨਾਂ ਨੂੰ ਸ਼ਰਧਾ ਹੀ ਉੱਠ ਜਾਂਦੀ ਹੈ। ਭਾਵ ਜੇ ਬਚਨਾਂ ਵਿੱਚ ਕਚਿਆਈ ਆ ਜਾਏ ਤਾਂ ਕਰਮ ਵੀ ਐਸੇ ਨਖਿੱਧ ਕਰਮ ਕਰਨ ਲੱਗ ਜਾਂਦੇ ਹਨ। ਪਾਪ ਕਰਨ ਤੋਂ ਫਿਰ ਉਹਨਾਂ ਨੂੰ ਡਰ ਨਹੀਂ ਲੱਗਦਾ। ਤਾਂ ਹਜੂਰ ਕਹਿੰਦੇ ਹਨ ਹਰ ਗੁਣ ਨਹੀਂ ਗਾਏ। ਭਾਵ ਫਿਰ ਹਰੀ ਦੇ ਗੁਣ ਕਿੱਥੋਂ ਗਾਉਣੇ ਸੀ? ਇਹ ਤਿੰਨੇ ਚੀਜ਼ਾਂ ਸਾਧ ਸੰਗਤ ਜੀ ਜੇ ਮਨ 'ਚ ਕਚਿਆਈ ਹੋਵੇ ਤਾਂ ਬਚਨਾਂ ਵਿੱਚ ਉਹ ਪ੍ਰਤੱਖ ਝਲਕਦੀ ਹੈ, ਤੇ ਜੇ ਬਚਨਾਂ ਵਿੱਚ ਕਚਿਆਈ ਆਵੇ ਉਹ ਬੰਦਾ ਪਾਪ ਕਰਨ ਤੋਂ ਨਹੀਂ ਰੁਕ ਸਕਦਾ, ਤੇ ਪਾਪੀ ਨਾਮ ਤਾਂ ਉਹਨੂੰ ਚੰਗਾ ਹੀ ਨਹੀਂ ਲੱਗਦਾ,
ਕਿਉਂਕਿ ਨਾਮ ਸੁਣਨ ਨਾਲ ਐਂ ਲੱਗਦਾ ਹੈ ਜਿਵੇਂ ਬਿਛੂ ਡੱਸਦੇ ਹੋਣ, ਕਿਉਂਕਿ ਮਹਾਰਾਜ ਜੀ ਸ਼ੀਸ਼ੇ ਦੀ ਨਿਆਈ ਸਾਧ ਸੰਗਤ ਜੀ ਪ੍ਰਤੱਖ ਚਿਹਰਾ ਵਿਖਾ ਦਿੰਦੇ ਹਨ। ਦੇਖ ਤੇਰੇ ਮੁਖ ਤੇ ਕੈਸਾ ਤੇਰਾ ਮੁਖ ਹੈ, ਤੂੰ ਕੀ ਪਾਪ ਕਰ ਰਿਹਾ ਹੈ। ਜਿਹੜੇ ਸੰਸਾਰੀ ਹਨ ਉਹ ਖੁਸ਼ਾਮਦੀ ਕਰਦੇ ਹਨ ਤੇਰੀ ਕਿ ਤੂੰ ਵਧੀਆ ਕਰ ਰਿਹਾ ਹੈ, ਇਸੇ ਤਰ੍ਹਾਂ ਕਰ। ਪਰ ਹਜੂਰ ਸਾਧ ਸੰਗਤ ਜੀ ਸੱਚ ਦਾ ਸ਼ੀਸ਼ਾ ਅੱਗੇ ਕੱਢ ਕੇ ਦਿਖਾ ਦਿੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਹਜੂਰ ਕਹਿੰਦੇ ਹਨ ਦੇਖ ਕੇ ਕਿ ਇਹ ਸਰੀਰ ਸਾਧ ਸੰਗਤ ਜੀ ਮਿੱਟੀ ਦਾ ਇੱਕ ਪੁਤਲਾ ਹੈ। ਹਜੂਰ ਕਹਿੰਦੇ ਹਨ ਦੇਖੋ ਕਿੱਦਾਂ ਨੱਚ ਰਿਹਾ ਹੈ, ਦੇਖੇ ਦੇਖੇ ਸੁਣਿਆ ਬੋਲੇ ਦੌੜਿਓ ਫਿਰਤ ਹੈ। ਮਹਾਰਾਜ ਜੀ ਕਹਿੰਦੇ ਹਨ ਦੇਖਦਾ ਹੈ ਇੱਧਰ ਉੱਧਰ ਲੋਕਾਂ ਦੇ ਰੂਪਾਂ ਵੱਲ, ਸੁਣਦਾ ਹੈ ਨਿੰਦਿਆਂ ਨੂੰ, ਸਾਰਾ ਦਿਨ ਕੰਮਾਂ ਕਾਰਾਂ ਵਿੱਚ ਦੌੜਿਆ ਫਿਰਦਾ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ। ਜਦੋਂ ਕੁਝ ਥੋੜੀ ਬਹੁਤੀ ਮਾਇਆ ਪ੍ਰਾਪਤ ਹੁੰਦੀ ਹੈ, ਇਹ ਬੰਦਾ ਮਨ ਦੇ ਵਿੱਚ ਸਾਧ ਸੰਗਤ ਜੀ ਹੰਕਾਰ ਕਰਦਾ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਮਹਾਰਾਜ ਜੀ ਕਹਿੰਦੇ ਹਨ ਜਦੋਂ ਮਾਇਆ ਇਸ ਦੇ ਪਾਸੋਂ ਚਲੀ ਜਾਂਦੀ ਹੈ, ਐਸਾ ਮੋਹ ਹੈ ਇਹਦਾ ਇਸ ਮਾਇਆ ਦੇ ਨਾਲ, ਰੋਣ ਲੱਗ ਜਾਂਦਾ ਹੈ। ਸਾਧ ਸੰਗਤ ਜੀ ਪ੍ਰਤੱਖ ਕਈ ਖਬਰਾਂ ਵੀ ਸੁਣੀਆਂ ਹੋਣਗੀਆਂ, ਹਾਰਟ ਅਟੈਕ ਆ ਜਾਂਦੇ ਹਨ ਜਦੋਂ ਪਤਾ ਲੱਗੇ ਘਰ ਵਿੱਚ ਚੋਰੀ ਹੋ ਗਈ ਹੈ। ਮਹਾਰਾਜ ਜੀ ਕਹਿੰਦੇ ਹਨ ਇਹ ਬੰਦਾ ਰੋਣ ਲੱਗ ਜਾਂਦਾ ਹੈ। ਮਨ ਬਚ ਕਰਮ ਰਸ ਕਸਹਿ ਲੁਭਾਨਾ। ਮਹਾਰਾਜ ਜੀ ਕਹਿੰਦੇ ਸਨ ਜਿੱਥੇ ਮਨ ਦੇ ਵਿੱਚ ਨਾਮ ਹੋਣਾ ਚਾਹੀਦਾ ਸੀ, ਬਚਨਾਂ ਵਿੱਚ ਵੀ ਨਾਮ ਹੋਣਾ ਚਾਹੀਦਾ ਸੀ, ਕਰਮਾਂ ਵਿੱਚ ਵੀ ਨਾਮ ਹੋਣਾ ਚਾਹੀਦਾ ਸੀ, ਪਰ ਇਸ ਨੇ ਰਸ ਕਸ ਜੋ ਇਹ ਮਿੱਠੇ ਹਨ ਸੰਸਾਰ ਦੇ, ਉਹਨਾਂ ਵਿੱਚ ਇਸ ਦਾ ਮਨ ਲੁਭਾਏਮਾਨ ਹੋ ਰਿਹਾ ਹੈ। ਬਿਨਸ ਗਿਆ ਜਾਏ ਕਹੂ ਸਮਾਨਾ। ਜਦੋਂ ਦੇਹੀ ਬਿਨਸ ਜਾਂਦੀ ਹਨ ਫਿਰ ਨਰਕਾਂ ਵਿੱਚ ਜਾਂਦੇ ਹਨ। ਪਰ ਸਾਧ ਸੰਗਤ ਜੀ ਜੋ ਗੁਰਮੁਖ ਹੁੰਦੇ ਹਨ ਆਪਣੇ ਮਨ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਹਮੇਸ਼ਾ ਨਾਮ ਜਪਦੇ ਹਨ। ਬਚਨਾਂ ਤੋਂ ਕਦੇ ਕਿਸੇ ਨੂੰ ਕੌੜਾ ਵਾਕ ਨਹੀਂ ਕਹਿੰਦੇ, ਗੁਰਮੁਖ ਬੋਲ ਬੋਲਦੇ ਮਿੱਠਾ, ਹਰ ਸਮੇਂ ਜਦੋਂ ਮੁਖ ਤੋਂ ਬਚਨ ਕਰਦੇ ਹਨ ਮਿੱਠਾ ਬੋਲਦੇ ਹਨ। ਤਾਂ ਹੀ ਜਿਹੜੇ ਸੰਸਾਰ ਦੇ ਲੋਕ ਹਨ ਪਾਸ ਆ ਕੇ ਹੱਥ ਜੋੜ ਕੇ ਕਹਿੰਦੇ ਹਨ ਬਾਬਾ ਜੀ ਜਦੋਂ ਆਪ ਜੀਆਂ ਪਾਸ ਆਉਣੇ ਹਾਂ ਬੜੀ ਸ਼ਾਂਤੀ ਮਿਲਦੀ ਹੈ, ਕਿਉਂਕਿ ਸਾਧ ਸੰਗਤ ਜੀ ਉਹਨਾਂ ਦੇ ਪਾਸ ਸ਼ਾਂਤੀ ਦੇ ਤੱਤ ਹੁੰਦੇ ਹਨ ਤੇ ਕਿਤੇ ਵੀ ਸੁਤੇ ਵੀ ਕਰਮ ਕਰਨ ਸਭ ਦਾ ਭਲਾ ਹੁੰਦਾ ਹੈ। ਇਹ ਮਹਾਰਾਜ ਜੀ ਕਹਿੰਦੇ ਹਨ ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਮਹਾਰਾਜ ਜੀ ਕਹਿੰਦੇ ਹਨ ਕਿ ਉਹ ਹਰ ਸਮੇਂ ਤੂੰ ਤਾਂ ਹਰੀ ਦੇ ਗੁਣ ਨਹੀਂ ਗਾਏ, ਹਰ ਸਮੇਂ ਉਹ ਹਰੀ ਦੇ ਗੁਣ ਗਾਉਂਦੇ ਹਨ। ਜਹ ਜੀ ਸੋਚ ਤਰੋ। ਉਹ ਇਹ ਜੀ ਆਪਣੇ ਹਿਰਦੇ ਦੇ ਵਿੱਚ ਤੇ ਸੋਚ ਦੇ ਵਿੱਚ ਵੀ ਇਹ ਧਰ ਲੈਂਦੇ ਹਨ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮਣਾ ਦੇਖ ਅੱਜ ਕੰਮ ਤੇ ਸ਼ਾਮ ਪੈ ਗਈ ਹੈ। ਹਜੂਰ ਸੁਖਾਸਨ ਸਾਹਿਬ ਗੁਰਸਿੱਖਾਂ ਨੇ ਜਿਸ ਤਰ੍ਹਾਂ ਹਜੂਰ ਨੇ ਹੋ ਜਾਣਾ ਹੈ ਤਾਂ ਜਾ ਕੇ ਪਹਿਲਾਂ ਮੈਂ ਭੱਜ ਕੇ ਦਰਸ਼ਨ ਹੀ ਕਰਾਵਾਂ, ਬਹੁਤਾ ਨਹੀਂ ਤਾਂ ਇੱਕ ਟਾਈਮ ਸਾਧ ਸੰਗਤ ਜੀ ਉਹ ਹਜੂਰ ਦੇ ਜ਼ਰੂਰ ਦਰਸ਼ਨ ਕਰਨ ਆਉਂਦੇ ਹਨ। ਕਿਰਤ ਕਰਦੇ ਹੋਏ ਵੀ ਸਾਧ ਸੰਗਤ ਜੀ ਕਿਰਤ ਵਾਲੇ ਵੀ ਉਹਨਾਂ ਦੇ ਕਹਿੰਦੇ ਹਨ ਕੰਮ ਨੂੰ ਤਾਂ ਇਹਨਾਂ ਨੇ ਗੁਰਦੁਆਰਾ ਬਣਾ ਦਿੱਤਾ ਹੈ, ਬਾਣੀ ਦਾ ਜਾਪ ਤਾਂ ਕਦੇ ਰਸਨਾ ਤੋਂ ਤਿਆਗਦੇ ਹੀ ਨਹੀਂ। ਇਥੋਂ ਤਿੱਕਰ ਸਾਧ ਸੰਗਤ ਜੀ ਜੇ ਸੇਵਾ ਸਿਮਰਨ ਕਰਦੇ ਹੋਣ ਸਭ ਦੀ ਚਰਨਾਂ ਦੀ ਧੂੜੀ ਹੋ ਜਾਂਦੇ ਹਨ। ਨਾਮ ਰੋਮ ਵਿੱਚ ਵੀ ਚੱਲਦਾ ਹੈ, ਭਾਵ ਸੁਤੇ ਹੀ ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਹੁੰਦਾ ਹੈ, ਪਰ ਫਿਰ ਵੀ ਹੱਥ ਜੋੜ ਕੇ ਆ ਕੇ ਕਹਿੰਦੇ ਹਨ ਮਹਾਰਾਜ ਜੀ ਪਾਪੀ ਹਾਂ। ਸੰਗਤਾਂ ਨੂੰ ਕਹਿੰਦੇ ਹਨ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਭਾਵ ਸੇਵਾ ਕਰਦੇ ਵੀ ਮੁਖ ਤੋਂ ਨਾਲ ਵਾਹਿਗੁਰੂ ਉਚਾਰਦੇ ਹਨ। ਇਸੇ ਤਰ੍ਹਾਂ ਸੰਗਤਾਂ ਦੀ ਚਰਨਾਂ ਦੀ ਧੂੜੀ ਹੋ ਜਾਣਾ ਭਾਵ ਨਿਮਰਤਾ ਦੇ ਵਿੱਚ ਹੱਥ ਜੋੜ ਕੇ ਸੀਸ ਝੁਕਾਈ ਰਹਿੰਦੇ ਹਨ। ਸੰਸਾਰ ਦੇ ਲੋਕ ਕਹਿੰਦੇ ਹਨ ਇਹਨੂੰ ਸੰਸਾਰ ਦਾ ਪਤਾ ਨਹੀਂ, ਬੜਾ ਭੋਲਾ ਹੈ, ਪਰ ਮਹਾਰਾਜ ਜੀ ਕਹਿੰਦੇ ਹਨ ਕਬੀਰ ਚਤੁਰਾਈ ਅਤ ਘਣੀ ਹਰ ਜਪ ਹਿਰਦੈ ਮਾਹੇ। ਉਹ ਘਣੇ ਚਤਰ ਹੁੰਦੇ ਹਨ, ਇਹਨਾਂ ਮੂਰਖਾਂ ਨੂੰ ਕੀ ਪਤਾ ਸਾਧ ਸੰਗਤ ਜੀ, ਉਹਨਾਂ ਨੇ ਤਾਂ ਹਿਰਦੇ ਵਿੱਚ ਜੋ ਲਾਹਾ ਹੈ, ਲਾਹਾ ਕੀ ਹੈ, ਲਾਹਾ ਵਾਹਿਗੁਰੂ ਦਾ ਨਾਮ ਹੈ, ਉਹਨਾਂ ਨੇ ਹਿਰਦੇ ਵਿੱਚ ਲੁਕੋ ਕੇ ਰੱਖ ਲਿਆ ਹੈ। ਉਹ ਜੋ ਸਾਧ ਸੰਗਤ ਜੀ ਜੋ ਕੀਮਤੀ ਸੰਸਾਰ ਦੇ ਲੋਕ ਵਸਤੂ ਧਨ ਦੌਲਤ ਹਨ ਜਿਸ ਤਰ੍ਹਾਂ ਤਿਜੋਰੀ 'ਚ ਪਾ ਕੇ ਰੱਖਦੇ ਹਨ, ਜਿਹੜੇ ਗੁਰਸਿੱਖ ਹਨ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਲੁਕੋ ਕੇ ਰੱਖਦੇ ਹਨ, ਭਾਵ ਬਾਹਰ ਕਿਸੇ ਨੂੰ ਐ ਦਿਖਾਉਂਦੇ ਨਹੀਂ ਫਿਰਦੇ, ਪਰ ਸਾਧ ਸੰਗਤ ਜੀ ਉਹਨਾਂ ਦੇ ਹਿਰਦੇ ਵਿੱਚ ਨਾਮ ਚੱਲਦਾ ਹੈ। ਮਹਾਰਾਜ ਜੀ ਕਹਿੰਦੇ ਹਨ ਯਹ ਜੀ ਸੋਚ ਧਰੋ। ਜੇ ਕਲਿਆਣ ਚਾਹਣਾ ਹੈ ਇਹੋ ਜੀ ਸੋਚ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਾ। ਗੁਰਮਤਿ ਸੁਣ ਕਛ ਗਿਆਨ ਨ ਉਪਜਿਓ। ਮਹਾਰਾਜ ਜੀ ਆਪ ਜੀਆਂ ਦਾ ਐਡਾ ਹੁਣੇ ਹੁਣੇ ਵੀ ਉਪਦੇਸ਼ ਸੁਣਿਆ ਹੈ, ਪਰ ਮਹਾਰਾਜ ਜੀ ਕਛ ਗਿਆਨ ਨਾ ਉਪਜਿਓ। ਮਹਾਰਾਜ ਜੀ ਕੁਝ ਗਿਆਨ ਅੰਦਰ ਪ੍ਰਗਟ ਹੀ ਨਹੀਂ ਹੋ ਰਿਹਾ। ਐਸੇ
ਪਾਪੀ ਹਾਂ ਮਹਾਰਾਜ, ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਕਿ ਮਹਾਰਾਜ ਜੀ ਆਪ ਜੀਆਂ ਦੀ ਗੁਰਬਾਣੀ ਦੀ ਕਥਾ ਸੁਣ ਵੀ ਲੈਂਦੇ ਹਾਂ, ਪਰ ਬਾਹਰ ਜਾ ਕੇ ਫਿਰ ਉਹੀ ਕੰਮ ਕਰਨੇ ਨੇ। ਮਹਾਰਾਜ ਜੀ ਕੁਝ ਗਿਆਨ ਪ੍ਰਗਟ ਨਹੀਂ ਹੋਇਆ ਅੰਦਰ। ਪਸਰ ਜਿਉ ਉਦਰ ਧਰਿਓ। ਜਿਸ ਤਰ੍ਹਾਂ ਹਜੂਰ ਪਸ ਜਿਉ ਉਦਰ ਭਰੋ, ਜਿਸ ਤਰ੍ਹਾਂ ਸਾਧ ਸੰਗਤ ਜੀ ਪਸ਼ੂ ਦੀ ਨਿਆਈ, ਭਾਵ ਜਿਸ ਤਰ੍ਹਾਂ ਪਸ਼ੂ ਹੁੰਦਾ ਹੈ ਆਪਣਾ ਢਿੱਡ ਭਰ ਕੇ ਜਿਸ ਤਰ੍ਹਾਂ ਉਹ ਸੌਂ ਜਾਂਦਾ ਹੈ, ਮਹਾਰਾਜ ਜੀ ਐਸੀ ਹਾਲਤ ਹੋ ਗਈ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਐਸੇ ਕਈ ਸੰਸਾਰ ਦੇ ਲੋਕ ਹਨ, ਉਹ ਐਸਾ ਮੰਨਦੇ ਹਨ ਕਿ ਜੋ ਇਹ ਧਰਮ ਹੈ ਇਹੀ ਸਭ, ਉਹ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹੀ ਨਹੀਂ ਹਨ। ਕਮਿਊਨਿਸਟ ਇਸ ਤਰ੍ਹਾਂ ਉਹਨਾਂ ਨੂੰ ਕੁਝ ਕਿਹਾ ਜਾਂਦਾ ਹੈ, ਉਹ ਕਹਿੰਦੇ ਹਨ ਕਿ ਇਹ ਮਹਾਰਾਜ ਜੀ ਰੱਬ ਹੈ ਹੀ ਨਹੀਂ ਹੈ। ਜਿੰਨੇ ਵੀ ਇਹ ਸੰਸਾਰ ਦੇ ਵਿੱਚ ਦੁੱਖ ਲੋਕ ਭੋਗ ਰਹੇ ਹਨ, ਜਿੰਨੀਆਂ ਜੰਗਾਂ ਲੱਗੀਆਂ ਹਨ, ਇਹ ਸਭ ਧਰਮ ਦੇ ਖਾਤਰ ਹੈ। ਧਰਮ ਕਿਸੇ ਨੂੰ ਏਕਤਾ ਨਹੀਂ ਸਿਖਾਉਂਦਾ। ਇਹ ਸਾਧ ਸੰਗਤ ਜੀ ਐਸੇ ਵੀ ਲੋਕ ਹਨ ਸੰਸਾਰ ਦੇ ਵਿੱਚ। ਇੱਕ ਅਸਾਮ ਦੀ ਘਟਨਾ ਜਿਸ ਤਰ੍ਹਾਂ ਆਉਂਦੀ ਹੈ ਕਿ ਜਿਸ ਤਰ੍ਹਾਂ ਉਹ ਬੰਦਾ ਸੋਚਦਾ ਸੀ ਕਿ ਸਾਨੂੰ ਤਾਂ ਇੱਥੇ ਰਸ ਕਸ ਭੋਗਣ ਲਈ ਭੇਜਿਆ ਹੈ, ਕਿ ਜੇ ਵਾਹਿਗੁਰੂ ਤਾਂ ਹੈ ਹੀ ਨਹੀਂ, ਤਾਂ ਸਾਧ ਸੰਗਤ ਜੀ ਦੇਵਨੇਤ ਨਾਲ ਜੋ ਉਸ ਦੀ ਪਤਨੀ ਸੀ, ਉਹ ਮਹਾਰਾਜ ਜੀਆਂ ਦੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੇ ਪੂਰਾ ਭਰੋਸਾ ਰੱਖਦੀ ਸੀ। ਜਿਸ ਸਮੇਂ ਸਾਧ ਸੰਗਤ ਜੀ ਅਸਾਮ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਪਹੁੰਚਦੇ ਹਨ, ਉਸ ਦੀ ਪਤਨੀ ਕਹਿੰਦੀ ਹੈ ਕਿਉਂ ਨਾ ਹੋਵੇ ਕਿ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾ ਕੇ ਦਰਬਾਰ ਸਾਹਿਬ ਕੜਾਹ ਪ੍ਰਸ਼ਾਦੀ ਦੇ ਕਰਾਈਏ। ਉਹ ਸਾਧ ਸੰਗਤ ਜੀ ਬੜੇ ਸਖਤ ਲਫ਼ਜ਼ਾਂ ਵਿੱਚ ਬੋਲਦਾ ਹੈ, ਕਹਿੰਦਾ ਹੈ ਪਹਿਲੀ ਗੱਲ ਤਾਂ ਰੱਬ ਹੈ ਹੀ ਨਹੀਂ ਹੈ। ਜੇ ਹੁੰਦਾ ਜੇ ਹੋਵੇ ਤਾਂ ਉਸ ਨੂੰ ਸਾਡੀ ਖੁਸ਼ਾਮਦੀ ਦੀ ਕੀ ਲੋੜ ਹੈ। ਸਾਧ ਸੰਗਤ ਜੀ ਹਜੂਰ ਨੂੰ ਨਹੀਂ ਲੋੜ, ਭਾਵੇਂ ਸਾਰਾ ਜੱਗ ਹੀ ਹਜੂਰ ਨੂੰ ਆ ਕੇ ਨਾ ਮੱਥਾ ਟੇਕੇ, ਤੇ ਸਾਧ ਸੰਗਤ ਜੀ ਜੇ ਸਾਰਾ ਜੱਗ ਡੰਡੌਤ ਕਰੇ, ਹਜੂਰ ਨੂੰ ਵੀ ਇਸ ਚੀਜ਼ ਦੀ ਲੋੜ ਨਹੀਂ ਹੈ। ਇਹ ਤਾਂ ਸਾਧ ਸੰਗਤ ਜੀ ਆਪਣਾ ਭਲਾ ਹੁੰਦਾ ਹੈ। ਤਾਂ ਉਸਨੇ ਜਿਸ ਸਮੇਂ ਪ੍ਰਸ਼ਨ ਕੀਤਾ ਤਾਂ ਉਸਨੇ ਕਿਹਾ ਸੀ ਕਿ ਜਿਸ ਸਮੇਂ ਆਪ ਬਿਮਾਰ ਸੀ ਉਸ ਸਮੇਂ ਮੈਂ ਅਰਦਾਸ ਕੀਤੀ ਸੀ ਕਿ ਹਜੂਰ ਆਪ ਜੀਆਂ ਦੇ ਦਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਚੜਾਵਾਂਗੀ, ਆ ਕੇ ਪ੍ਰਸ਼ਾਦ ਕਰਾਵਾਂਗੇ, ਦਰਸ਼ਨ ਕਰਾਂਗੇ। ਮਹਾਰਾਜ ਜੀ ਜੇ ਮੇਰਾ ਪਤੀ ਸਹੀ ਹੋ ਜਾਵੇ, ਤਾਂ ਉਸ ਸਮੇਂ ਉਸਨੇ ਕਿਹਾ ਸੀ ਇਦਾਂ ਤਾਂ ਫਿਰ ਮਹਾਰਾਜ ਜੀ ਜਿਵੇਂ ਵੱਡੀ ਲੈਂਦੇ ਹਨ, ਰਿਸ਼ਵਤ ਲੈਂਦੇ ਹਨ। ਪਰ ਸਾਧ ਸੰਗਤ ਜੀ ਫਿਰ ਉਸਨੇ ਦੱਸਿਆ, ਕਹਿੰਦੀ ਹੈ ਜਿਸ ਸਮੇਂ ਤੂੰ ਹਸਪਤਾਲ ਦੇ ਵਿੱਚ ਬਿਮਾਰ ਸੈਂ, ਡਾਕਟਰਾਂ ਨੇ ਕਿਹਾ ਸੀ ਤੇਰਾ ਪਤੀ ਬਚ ਨਹੀਂ ਸਕਦਾ। ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਗਈ। ਕਹਿੰਦੀ ਹੈ ਆਪਣੇ ਗਲ ਵਿੱਚ ਪੱਲੂ ਪਾ ਕੇ ਅੱਖਾਂ ਦੇ ਵਿੱਚੋਂ ਰੋਂਦੀ ਰੋਂਦੀ ਨੇ ਆਖਿਆ ਸੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਘਰ ਵਾਲੇ ਨੂੰ ਭਲਾ ਆਪ ਜੀਆਂ ਤੇ ਯਕੀਨ ਨਹੀਂ ਹੈ, ਪਰ ਹਜੂਰ ਮੈਂ ਆਪ ਜੀਆਂ ਤੇ ਯਕੀਨ ਕਰਕੇ ਆਈ ਹਾਂ। ਆਪ ਜੀਆਂ ਦੇ ਦਰ ਤੇ ਹਜੂਰ ਢਹਿ ਪਈ ਹਾਂ। ਜੋ ਮੇਰਾ ਸੁਹਾਗ ਹੈ ਮਹਾਰਾਜ ਜੀ ਅਸੀਂ ਉੱਜੜ ਜਾਵਾਂਗੇ। ਆਪ ਕਿਰਪਾ ਕਰੋ, ਮੇਰੇ ਪਤੀ ਨੂੰ ਮਹਾਰਾਜ ਜੀ ਰਾਜੀ ਖੁਸ਼ੀ ਕਰ ਦੇਵੋ। ਅਸੀਂ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀਆਂ ਦੇ ਪਾਸ ਕੜਾਹ ਪ੍ਰਸ਼ਾਦ ਦੀ ਦੇਗ ਉਸ ਸਮੇਂ ਉਸ ਬੀਬੀ ਨੇ ਸੁਖੀ ਸੀ। ਕਹਿੰਦੀ ਹੈ ਜਿਸ ਸਮੇਂ ਹੁਕਮਨਾਮਾ ਸਾਹਿਬ ਲਿਆ, ਹੁਕਮਨਾਮਾ ਸਾਹਿਬ ਆਇਆ ਸੀ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ, ਰਾਮ ਨਾਮ ਔਖਦ ਦਿਆ ਏਕਾ ਲਿਵਲਾਈ, ਰਾਖ ਲੀਏ ਤਿਨ ਰਖਣ ਹਾਰ, ਸਭ ਬਿਆਦ ਮਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਤਾਂ ਉਸ ਸਮੇਂ ਬੀਬੀ ਕਹਿੰਦੀ ਸੀ ਮੈਂ ਜਦੋਂ ਡਾਕਟਰ ਪਾਸ ਗਈ, ਡਾਕਟਰ ਕਹਿੰਦਾ ਹੈ ਤੇਰਾ ਘਰ ਵਾਲਾ ਬਚ ਹੀ ਨਹੀਂ ਸਕਦਾ ਕਿਸੇ ਹਾਲਤ ਵਿੱਚ। ਕਹਿੰਦੀ ਹੈ ਮੈਂ ਉਸੇ ਦਿਨ ਹੀ ਖੁਸ਼ ਹੋ ਗਈ ਸੀ, ਕਿਉਂਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਹੇ ਨਾ ਛੋਡੀਐ, ਗੁਰ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਕਹਿੰਦੀ ਹੈ ਜਦੋਂ ਮੈਂ ਐਸੇ ਵਾਕ ਸੁਣੇ ਮੈਨੂੰ ਕਹਿੰਦੀ ਨਿਸ਼ਚਾ ਆ ਗਿਆ। ਡਾਕਟਰ ਕਹਿੰਦਾ ਸੀ ਤੂੰ ਨਹੀਂ ਬਚਣਾ, ਪਰ ਕਹਿੰਦੀ ਸੀ ਤੁਸੀਂ ਹਜੇ ਠੀਕ ਵੀ ਨਹੀਂ ਸੀ, ਪਰ ਮੇਰੇ ਮਨ ਵਿੱਚ ਮਹਾਰਾਜ ਜੀਆਂ ਦੇ ਐਸੇ ਬਚਨ ਸੀ ਕਿ ਜਿਹਨੂੰ ਕਾਲ ਪੁਰਖ ਵਾਹਿਗੁਰੂ ਰੱਖਣ ਤੇ ਆ ਜਾਵੇ ਤਤੀ ਵਾਹ ਵੀ ਨਹੀਂ ਲੱਗਣ ਦਿੰਦਾ। ਤਾਂ ਉਸ ਸਮੇਂ ਕਹਿੰਦੀ ਹੈ ਦਿਨਾਂ ਦੇ ਵਿੱਚ ਆਪ ਜੀਆਂ ਨੂੰ ਫਰਕ ਪੈਂਦਾ ਗਿਆ। ਅੱਜ ਤੁਸੀਂ ਠੀਕ ਹੋ ਗਏ ਹੋ ਤੇ ਮੈਂ ਇਸ ਨੂੰ ਵੱਡੀ ਨਹੀਂ। ਜਦੋਂ ਕੋਈ ਕਿਸੇ ਦੁਨਿਆਵੀ ਕੋਈ ਬੰਦਾ ਉਪਕਾਰ ਕਰਦਾ ਹੈ ਆਪਾਂ ਉਸ ਦਾ ਧੰਨਵਾਦ ਕਰਦੇ ਹਾਂ। ਜਿੱਥੇ ਆਪ ਨਾਰਾਇਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਇੰਨੀ ਸੁੰਦਰ ਦੇਹੀ ਬਖਸ਼ੀ ਹੈ। ਜੇ ਸਾਧ ਸੰਗਤ ਜੀ ਕਿਸੇ ਅਪਾਹਿਜ ਵੱਲ ਦੇਖਿਆ ਜਾਵੇ ਤਾਂ ਉਹਨਾਂ ਨੂੰ ਦੇਖਿਓ ਕਈਆਂ ਨੂੰ ਹੱਥ ਹੀ ਨਹੀਂ ਹੁੰਦੇ,
ਪੈਰ ਹੀ ਨਹੀਂ ਹੁੰਦੇ, ਨੇਤਰ ਨਹੀਂ ਹੁੰਦੇ। ਇਹ ਸਾਧ ਸੰਗਤ ਜੀ ਹਜੂਰ ਨੇ ਜੇ ਕਿਰਪਾ ਕੀਤੀ ਹੈ, ਹਜੂਰ ਕਹਿੰਦੇ ਹਨ 24 ਘੰਟੇ ਨਹੀਂ, ਇੱਕ ਟਾਈਮ ਆ ਕੇ ਦਰਸ਼ਨ ਕਰ ਲਿਆ ਕਰ। ਸਾਧ ਸੰਗਤ ਜੀ ਘੰਟਾ ਹਜੂਰ ਦੀ ਜੇ ਇੱਕ ਦਿਨ 'ਚ ਕਥਾ ਸੁਣੀਏ, ਇਹਨੇ ਨਾਲ ਹੀ ਸਾਡਾ ਕਲਿਆਣ ਹੋ ਜਾਵੇਗਾ। ਘੰਟਾ ਕੀ, ਜੋ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਦੇ ਅੱਗੋਂ ਦੀ ਗੁਜ਼ਰ ਜਾਂਦਾ ਹੈ, ਉਹ ਸਾਧ ਸੰਗਤ ਜੀ ਇਹ ਜੂਨਾਂ ਵਿੱਚ ਨਹੀਂ ਆਉਂਦਾ ਮੁੜ ਕੇ। ਐਸੇ ਭਾਰੀ ਪ੍ਰਤਾਪ ਦੇ ਸਹਿਤ ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਖਤ ਤੇ ਸੱਜੇ ਹੋਏ ਹਨ, ਪਰ ਸਾਧ ਸੰਗਤ ਜੀ ਨਿਸ਼ਚਾ ਹੀ ਨਹੀਂ ਹੁੰਦਾ ਮਨ ਦੇ ਵਿੱਚ। ਹਜੂਰ ਕਿਰਪਾ ਕਰਨ। ਫਿਰ ਉਹ ਬੀਬੀ ਨੇ ਸਾਧ ਸੰਗਤ ਜੀ ਦਰਬਾਰ ਸਾਹਿਬ ਜਾ ਕੇ ਜਿਸ ਤਰ੍ਹਾਂ ਦੇਖ ਕਰਾਈ ਸੀ, ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋ। ਸਾਧ ਸੰਗਤ ਜੀ ਜਿਹੜਾ ਬੰਦਾ ਹੈ ਕਿ ਕੋਟ ਉਪਾਵ ਚਿਤਵਤ ਹੈ ਪ੍ਰਾਣੀ, ਸੋ ਹੋਵੇ ਜੋ ਕਰੈ ਚੋਜ ਵਡਾਣੀ। ਬੰਦਾ ਤਾਂ ਬਹੁਤ ਕੁਝ ਸੋਚਦਾ ਹੈ ਕਿ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਪਰ ਹੁੰਦਾ ਉਹ ਹੈ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਮੱਕੜੀ ਜਾਲਾ ਬੁਣਦੀ ਹੈ, ਭਾਵ ਕਈ ਵਾਰ ਜਦੋਂ ਪਾਣੀ ਦੇ ਉੱਪਰ ਜਾਲਾ ਬਣੇ ਆਪ ਹੀ ਵਿੱਚ ਫਸ ਕੇ ਉਸ ਵਿੱਚ ਡੁੱਬ ਕੇ ਮਰ ਜਾਂਦੀ ਹੈ। ਇਸੇ ਤਰ੍ਹਾਂ ਇਸ ਬੰਦੇ ਦੀ ਹਾਲਤ ਹੈ, ਬੜਾ ਯਤਨ ਕਰਦਾ ਹੈ ਪਰ ਇਸੇ ਵਿੱਚ ਹੀ ਆਪ ਹੀ ਆਪਣੇ ਜਾਲੇ ਦੇ ਵਿੱਚ ਸੁਖ ਭਾਲਦਾ ਹੈ ਬੰਦਾ। ਪਰ ਮਹਾਰਾਜ ਜੀ ਕਹਿੰਦੇ ਹਨ ਦੇਖ ਤੈਨੂੰ ਬਾਹਰੋਂ ਸੁਖ ਨਹੀਂ ਮਿਲਨੇ, ਤੂੰ ਥੋੜਾ ਸਮਾਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ। ਕਹੋ ਨਾਨਕ ਪ੍ਰਭ ਬਿਰਦ ਪਛਾਨੋ। ਅੱਗੇ ਜਿਸ ਤਰ੍ਹਾਂ ਆ ਰਿਹਾ ਸੀ, ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਕਿ ਮਹਾਰਾਜ ਜੀ ਆਪ ਇੰਨਾ ਗਿਆਨ ਹਰ ਰੋਜ਼ ਬਖਸ਼ਦੇ ਹੋ। ਇੱਥੇ ਵੀ ਸਾਧ ਸੰਗਤ ਜੀ 3-4 ਟਾਈਮ ਹਜੂਰ ਦੀ ਗੁਰਬਾਣੀ ਦੀ ਕਥਾ ਹੁੰਦੀ ਹੈ, ਪਰ ਮਹਾਰਾਜ ਜੀ ਸਾਨੂੰ ਏਦਾਂ ਲੱਗਦਾ ਹੈ ਵਿਹਲੇ ਹੀ ਬੋਲੀ ਜਾਂਦੇ ਹਨ, ਲੱਗਦਾ ਇਹਨਾਂ ਨੂੰ ਤਨਖਾਹ ਚੰਗੀ ਮਿਲਦੀ ਹੋਣੀ ਹੈ, ਇਸ ਕਰਕੇ ਬੜਾ ਉੱਚੀ ਉੱਚੀ ਬੋਲ ਕੇ ਸੁਣਾਉਂਦੇ ਹਨ। ਪਰ ਸਾਧ ਸੰਗਤ ਜੀ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਮਹਾਰਾਜ ਜੀ ਆਪ ਜੀਆਂ ਦੀ ਸੰਗਤ ਵਿੱਚ ਆਈਦਾ ਹੈ, ਚਾਹੀਦਾ ਸੀ ਗਿਆਨ ਲਈਏ, ਪਰ ਇੱਥੇ ਆ ਕੇ ਵੀ ਹਜੂਰ ਇੱਕ ਦੂਜੇ ਵੱਲ ਵੇਖ ਵੂਖ ਕੇ ਚਲੇ ਜਾਈਦਾ ਹੈ। ਸੂਟ ਕਿਸ ਤਰ੍ਹਾਂ ਦਾ ਪਾਇਆ ਉਹਨੇ, ਮਹਾਰਾਜ ਜੀ ਐਸੀ ਹਾਲਤ ਹੋਈ ਪਈ ਹੈ ਆਪ ਜੀਆਂ ਦੇ ਦਰਬਾਰ ਵਿੱਚ ਕੱਪੜੇ ਪਾਉਣ ਦਾ ਵੀ ਹਜੂਰ ਸਾਨੂੰ ਢੰਗ ਨਹੀਂ ਹੈ ਕਿ ਐਸੇ ਭਾਰੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਬਾਰ ਲੱਗਾ ਹੋਵੇ ਤੇ ਕੈਸੇ ਵਸਤਰ ਪਾ ਕੇ ਆਉਣੇ ਚਾਹੀਦੇ ਹਨ। ਮਹਾਰਾਜ ਜੀ ਇਹ ਆਪ ਜੀਆਂ ਦੀ ਗੁਰਮਤਿ ਸੁਣੀ ਹੈ, ਇਹ ਗੱਲ ਨਹੀਂ ਹੁੰਦਾ ਸਾਧ ਸੰਗਤ ਜੀ ਪਤਾ ਨਹੀਂ ਹੈ ਕਿਸੇ ਨੂੰ ਕਿ ਇੱਥੇ ਕਿਵੇਂ ਆਈਦਾ ਹੈ। ਸਭ ਨੂੰ ਪਤਾ ਹੈ, ਮਾੜੇ ਕੰਮ ਕੋਈ ਕਿਸੇ ਨੂੰ ਦੱਸਦਾ ਨਹੀਂ, ਬੰਦਾ ਆਪੇ ਸਿੱਖ ਲੈਂਦਾ ਹੈ। ਇਹ ਸਾਧ ਸੰਗਤ ਜੀ ਹਜੂਰ ਦੀ ਗੁਰਮਤਿ ਸਭ ਨੇ ਸੁਣੀ ਹੈ। ਹਜੂਰ ਨੇ ਆਖਿਆ ਹੈ ਕੇਸ ਧਾਰਨ ਕਰੋ ਅੰਮ੍ਰਿਤ ਛਕੋ, ਪਰ ਸਾਧ ਸੰਗਤ ਜੀ ਬੰਦੇ ਦੇ ਮਨ ਵਿੱਚ ਨਿਸ਼ਚਾ ਨਹੀਂ ਹੈਗਾ। ਇਹ ਵੀ ਪਤਾ ਹੈ ਸਭ ਨੂੰ ਕਿ ਜਰਾਬਾਂ ਪਾ ਕੇ ਨਹੀਂ ਆਈਦੀਆਂ ਜਦੋਂ ਮਹਾਰਾਜ ਜੀਆਂ ਦਾ ਦਰਬਾਰ ਲੱਗਾ ਹੋਵੇ, ਪਰ ਫਿਰ ਵੀ ਬੋਰਡ ਵੀ ਲਾਏ ਹਨ, ਤਾਂ ਵੀ ਸਾਧ ਸੰਗਤ ਜੀ ਕਹਿੰਦਾ ਹੈ ਮੈਂ ਤਾਂ ਜਰਾਬਾਂ ਪਾ ਕੇ ਜਾਊਂਗਾ, ਮੈਨੂੰ ਕੌਣ ਰੋਕੇਗਾ। ਤਾਂ ਸਾਧ ਸੰਗਤ ਜੀ ਜੇ ਐਸੇ ਹੰਕਾਰ ਦੇ ਸਹਿਤ ਆਈਏ ਤਾਂ ਸਾਧ ਸੰਗਤ ਜੀ ਫਿਰ ਦੇਖੋ ਉਹਨਾਂ ਦੀ ਹਾਲਤ ਵੀ ਹਜੂਰ ਐਸੀ ਕਰ ਦਿੰਦੇ ਹਨ। ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਤਰੋ। ਮਹਾਰਾਜ ਜੀ ਕਹਿੰਦੇ ਹਨ ਕਿ ਪਸ ਜਿਉ ਉਦਰ ਭਰੋ। ਜਿਸ ਤਰ੍ਹਾਂ ਸਾਧ ਸੰਗਤ ਜੀ ਪਸ਼ੂ ਹੁੰਦਾ ਹੈ, ਜਿਸ ਤਰ੍ਹਾਂ ਬਚਨ ਆਉਂਦੇ ਹਨ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ। ਜਿਸ ਤਰ੍ਹਾਂ ਭਗਤ ਜੀ ਕਹਿੰਦੇ ਹਨ ਦੇਖ ਤੂੰ ਧਰਮ ਵਿਸਾਰ ਛੱਡਿਆ ਹੈ, ਦੀਵਾਨਾ ਹੋ ਗਿਆ ਹੈ, ਦੇਖ ਤੂੰ ਧਰਮ ਵਿਸਾਰ ਛੱਡਿਆ ਹੈ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਹੈ ਸਾਧ ਸੰਗਤ ਜੀ ਉਹ ਢਿੱਡ ਭਰ ਕੇ ਸੌਂ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਹਨ ਦੇਖ ਤੂੰ ਵੀ ਕੀ ਕੀਤਾ ਹੈ, ਤੂੰ ਵੀ ਆਪਣਾ ਪੇਟ ਭਰ ਕੇ ਸੌਂ ਜਾਂਦਾ ਹੈ, ਸਵੇਰੇ ਉੱਠਦਾ ਹੈ, ਕੰਮ ਕਰਨ ਜਾਂਦਾ ਹੈ, ਪਰ ਤੂੰ ਧਰਮ ਵਿਸਾਰ ਛੱਡਿਆ ਹੈ। ਜਿਸ ਤਰ੍ਹਾਂ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਜਿਸ ਤਰ੍ਹਾਂ ਸਾਧ ਸੰਗਤ ਜੀ ਪਸ਼ੂ ਆਪਣਾ ਪੇਟ ਭਰ ਕੇ ਸੌਂ ਜਾਂਦੇ ਹਨ, ਧਰਮ ਸਾਨੂੰ ਕੀ ਸਿਖਾਉਂਦਾ ਹੈ। ਸਾਧ ਸੰਗਤ ਜੀ ਪਸ਼ੂਆਂ ਵਿੱਚ ਧਰਮ ਨਹੀਂ ਹੁੰਦਾ, ਇਹ ਸਾਧ ਸੰਗਤ ਜੀ ਧਰਮ ਹੈ ਜੋ ਜਿਸ ਤਰ੍ਹਾਂ ਸਾਧ ਸੰਗਤ ਜੀ ਘਰ ਦੇ ਵਿੱਚ ਆਪਣੀ ਮਾਤਾ ਹੁੰਦੀ ਹੈ, ਉੱਥੇ ਹੀ ਆਪਣੀ ਭੈਣ ਹੁੰਦੀ ਹੈ, ਘਰ ਵਾਲੀ ਹੁੰਦੀ ਹੈ, ਬੇਟੀ ਹੁੰਦੀ ਹੈ। ਇਹ ਸਾਧ ਸੰਗਤ ਜੀ ਸਭ ਦੇ ਸਰੀਰਾਂ ਦੀ ਬਣਤਰ ਅਕਾਲ ਪੁਰਖ ਵਾਹਿਗੁਰੂ ਨੇ ਇੱਕੋ ਜੀ ਬਣਾਈ ਹੈ,
ਪਰ ਧਰਮ ਸਾਨੂੰ ਦੱਸਦਾ ਹੈ ਕਿ ਇਹ ਤੇਰੀ ਭੈਣ ਹੈ, ਇਹ ਤੇਰੀ ਘਰ ਵਾਲੀ ਹੈ, ਇਹ ਤੇਰੀ ਮਾਤਾ ਹੈ, ਇਹ ਤੇਰੀ ਬੇਟੀ ਹੈ। ਇਹ ਸਾਧ ਸੰਗਤ ਜੀ ਧਰਮ ਸਾਨੂੰ ਦੱਸਦਾ ਹੈ, ਇਹ ਧਰਮ ਸਾਨੂੰ ਨਿਰਣੇ ਕਰਾਉਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਅੱਜ ਕੈਸੀ ਹਾਲਤ ਹੋ ਗਈ ਹੈ, ਦੇਖ ਪਸ਼ੂਆਂ ਦੇ ਵਾਂਗੂ ਤੇਰੀ ਵੀ ਹਾਲਤ ਹੈ, ਧਰਮ ਤਾਂ ਤੂੰ ਵਿਸਾਰ ਛੱਡਿਆ ਹੈ। ਕਹੋ ਨਾਨਕ ਪ੍ਰਭ ਬਿਰਧ ਪਛਾਨੋ। ਕਹਿੰਦੇ ਹਨ ਮਹਾਰਾਜ ਜੀ ਹੁਣ ਆਪ ਹੀ ਕਿਰਪਾ ਕਰੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾ ਰਹੇ ਹਨ, ਅਕਾਲ ਪੁਰਖ ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰਿਆ ਕਰ ਮਹਾਰਾਜ ਜੀ ਆਪਣਾ ਹੁਣ ਬਿਰਧ ਪਛਾਨੋ। ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਵਿੱਚ ਢਹਿ ਪਏ ਹਾਂ। ਤਬ ਹੋ ਪਤਤ ਤਰੋ। ਤਬ ਹੋਂ ਪਤਤ ਤਰੋਂ। ਸਾਧ ਸੰਗਤ ਜੀ ਹਜੂਰ ਦੇ ਅੱਗੇ ਅਰਦਾਸ ਕਰੀਏ। ਮਹਾਰਾਜ ਜੀ ਪਤਿਤ ਹਾਂ, ਵੱਡੇ ਪਾਪੀ ਹਾਂ ਹਜੂਰ, ਜੇ ਆਪ ਜੀਆਂ ਨੇ ਕਿਰਪਾ ਕੀਤੀ ਤਾਂ ਤਰ ਜਾਵਾਂਗੇ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਮਹਾਰਾਜ ਜੀ ਕਿਰਪਾ ਕਰੋ, ਰੱਖ ਲੋ ਮਹਾਰਾਜ ਜੀ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਸਾਧ ਸੰਗਤ ਜੀ ਜੋ ਸਤ ਸੰਗਤ ਦੀ ਸ਼ਰਨ ਵਿੱਚ ਆ ਜਾਂਦਾ ਹੈ ਹਜੂਰ ਉਸ ਦਾ ਸਾਧ ਸੰਗਤ ਜੀ ਕਲਿਆਣ ਕਰ ਦਿੰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਲਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ। ਜਿਸ ਸਮੇਂ ਹਜੂਰ ਦੇ ਪਾਸ ਢਾਲ ਲੈ ਕੇ ਆਉਂਦੇ ਹਨ, ਚਮੜੇ ਦੀ ਗੇਂਡੇ ਦੀ ਢਾਲ ਬਣੀ ਹੋਈ, ਗੇਂਡੇ ਦੇ ਚਮੜੇ ਦੀ, ਤਾਂ ਉਸ ਸਮੇਂ ਜਿਸ ਤਰ੍ਹਾਂ ਸਾਧ ਸੰਗਤ ਜੀ ਢਾਲ ਦੀ ਬੜੀ ਵਡਿਆਈ ਕਰਦੇ ਹਨ ਹਜੂਰ ਦੇ ਦਰਬਾਰ ਵਿੱਚ। ਇੱਥੋਂ ਤੀਕਰ ਸਿੱਖ ਕਹਿ ਜਾਂਦਾ ਹੈ ਮਹਾਰਾਜ ਜੀ ਜੇ ਆਪ ਵੀ ਇਸ ਢਾਲ ਦੇ ਵਿੱਚ ਗੋਲੀ ਦਾ ਨਿਸ਼ਾਨਾ ਪਰਖੋ ਤਾਂ ਗੋਲੀ ਪਾਰ ਨਹੀਂ ਹੋ ਸਕਦੀ। ਉਸ ਸਮੇਂ ਹਜੂਰ ਨੇ ਕਿਹਾ ਸੀ ਲਾਲ ਸਿੰਘ ਕੱਲ ਦਰਬਾਰ ਵਿੱਚ ਤੇਰੀ ਢਾਲ ਪਰਖਾਂਗੇ ਕਿ ਕਿੱਡੀ ਕੋਈ ਮਜ਼ਬੂਤ ਹੈ ਤੇਰੀ ਢਾਲ। ਤਾਂ ਉਸ ਸਮੇਂ ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਲਾਲ ਸਿੰਘ ਜੀ ਜਿਸ ਸਮੇਂ ਜਾਂਦੇ ਹਨ ਤਾਂ ਆਪਣੇ ਮਨ ਵਿੱਚ ਸੋਚਦੇ ਹਨ ਮਣਾ ਦੇਖ ਤੂੰ ਕੀ ਕਹਿ ਆਇਆ ਹੈ ਬਾਜਾਂ ਵਾਲੇ ਪਿਤਾ ਦੇ ਦਰਬਾਰ ਵਿੱਚ, ਹਜੂਰ ਚਾਉਣ ਤਾਂ ਪਤਾਲ ਦੀ ਛਾਤੀ ਪਾੜ ਸਕਦੇ ਹਨ, ਇਹ ਤੇਰੀ ਛੋਟੀ ਜੀ ਢਾਲ ਕੀ ਹੈ। ਉਸ ਸਮੇਂ ਭਾਈ ਲਾਲ ਸਿੰਘ ਜੀਆਂ ਨੇ ਸਾਧ ਸੰਗਤ ਜੀ ਗੁਰਸਿੱਖਾਂ ਪਾਸ ਜਾ ਕੇ ਜਿੱਥੇ ਪੜਾਅ ਲੱਗੇ ਸਨ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ, ਗੁਰਸਿੱਖਾਂ ਪਾਸ ਜਾ ਕੇ ਅਰਦਾਸ ਕਰਾਈ ਕਿ ਗੁਰਸਿੱਖੋ ਮੈਂ ਐਸੇ ਬਚਨ ਕਹਿ ਆਇਆ ਹਾਂ, ਕੱਲ ਹਜੂਰ ਨੇ ਢਾਲ ਪਰਖਣੀ ਹੈ ਤਾਂ ਆਪ ਅਰਦਾਸ ਕਰੋ। ਜਿਸ ਸਮੇਂ ਗੁਰਸਿੱਖਾਂ ਨੇ ਅਰਦਾਸ ਕੀਤੀ, ਦੀਵਾਨ ਸੱਜਿਆ ਹਜੂਰ ਦਾ, ਆਸਾ ਕੀ ਵਾਰ ਦਾ ਕੀਰਤਨ ਹੋਇਆ। ਮਹਾਰਾਜ ਜੀਆਂ ਦਾ ਜਿਸ ਸਮੇਂ ਦਰਬਾਰ ਸੱਜਿਆ, ਵੀਰ ਰਸ ਵਿੱਚ ਹਜੂਰ ਸੱਜੇ ਹਨ। ਆਪਣੀ ਮਹਾਰਾਜ ਜੀ ਬੰਦੂਕ ਲੈ ਕੇ ਹਜੂਰ ਨੇ ਸਾਧ ਸੰਗਤ ਜੀ ਵੀਰ ਰਸ ਦੇ ਸਹਿਤ ਕਿਹਾ ਸੀ ਲਾਲ ਸਿੰਘ ਲੈ ਕੇ ਆ ਆਪਣੀ ਢਾਲ। ਜਿਸ ਸਮੇਂ ਭਾਈ ਲਾਲ ਸਿੰਘ ਜੀ ਅੱਗੇ ਖੜੇ ਹਨ, ਹਜੂਰ ਵੀਰ ਆਸਣ ਨਾਲ ਜਿਸ ਸਮੇਂ ਬੰਦੂਕ ਦਾ ਨਿਸ਼ਾਨਾ ਲਾਉਂਦੇ ਹਨ, ਹਜੂਰ ਫਿਰ ਵਾਪਸ ਬੰਦੂਕ ਤਾਂ ਨੂੰ ਚੱਕ ਲੈਂਦੇ ਹਨ। ਜਿਸ ਸਮੇਂ ਐਵੇਂ 2-3 ਵਾਰੀ ਹੋਇਆ ਤਾਂ ਉਸ ਸਮੇਂ ਹਜੂਰ ਨੇ ਸਾਧ ਸੰਗਤ ਜੀ ਕਿਹਾ ਸੀ ਲਾਲ ਸਿੰਘ ਵਾਕਈ ਤੇਰੀ ਢਾਲ ਬੜੀ ਮਜ਼ਬੂਤ ਹੈ। ਤਾਂ ਉਸ ਸਮੇਂ ਗੁਰਸਿੱਖਾਂ ਨੇ ਕਿਹਾ ਸੀ ਮਹਾਰਾਜ ਆਪ ਜੀਆਂ ਨੇ ਨਿਸ਼ਾਨਾ ਨਹੀਂ ਪਰਖਿਆ, ਪਹਿਲਾਂ ਹੀ ਤੁਸੀਂ ਕਿਵੇਂ ਕਹਿ ਦਿੱਤਾ ਹਨਾ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ ਕਿ ਸਾਧ ਸੰਗਤ ਜੀ ਭਾਈ ਲਾਲ ਸਿੰਘ ਜੀ ਪਿੱਛੇ ਜਿਹੜੇ ਵੀ ਗੁਰੂ ਸਾਹਿਬ ਦਾ ਧਿਆਨ ਧਰਦੇ ਸੀ, ਕਿਉਂਕਿ ਭਾਈ ਲਾਲ ਸਿੰਘ ਜੀਆਂ ਦੇ ਮਨ ਦੇ ਵਿੱਚ ਨਿਮਰਤਾ ਆ ਗਈ ਸੀ। ਭਾਈ ਲਾਲ ਸਿੰਘ ਜੀ ਪਿੱਛੇ ਜਿਸ ਸਮੇਂ ਜਿਹੜੇ ਗੁਰੂ ਸਾਹਿਬ ਦਾ ਨਾਮ ਲੈਂਦੇ ਸੀ, ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਯਾਦ ਕਰਦੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਸਾਨੂੰ ਉਹ ਗੁਰੂ ਸਾਹਿਬ ਜੀਆਂ ਦੇ ਹੱਥ ਅੱਗੇ ਨਜ਼ਰ ਆਉਂਦੇ ਹਨ ਕਿ ਇਸ ਤੋਂ ਭਾਰੀ ਢਾਲ ਹੋਰ ਸੰਸਾਰ ਵਿੱਚ ਨਹੀਂ ਹੋ ਸਕਦੀ। ਸਾਧ ਸੰਗਤ ਜੀ ਜੋ ਸੰਗਤ ਦਾ ਆਸਰਾ ਤੱਕ ਲੈਂਦਾ ਹੈ ਤਾਂ ਹਜੂਰ ਉਹਦੀ ਅਵਸ਼ ਬਰ ਅਵਸ਼ ਰੱਖਿਆ ਕਰਦੇ ਹਨ। ਜਿਸ ਤਰ੍ਹਾਂ ਹਜੂਰ ਅੱਗੇ ਅਰਦਾਸ ਕਰੀਏ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮਹਾਰਾਜ ਜੀ ਜਿੰਨਾ ਸਮੁੰਦਰ ਦੇ ਵਿੱਚ ਜਲ ਭਰਿਆ ਹੋਇਆ ਹੈ, ਇੰਨੇ ਹਜੂਰ ਸਾਡੇ ਤਨ ਦੇ ਵਿੱਚ ਇਸ ਤੋਂ ਵੀ ਕਿਤੇ ਜ਼ਿਆਦਾ ਔਗਣ ਹਨ। ਮਹਾਰਾਜ ਜੀ ਕਿਰਪਾ ਕਰੋ, ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋਂ ਪਤਤ ਤਰੋ। ਮਹਾਰਾਜ ਜੀ ਆਪਣੇ ਬਿਰਧ ਦੀ ਮਹਾਰਾਜ ਆਪ ਹੀ ਲਾਜ ਰੱਖੋ ਆਪਣੇ ਗਰੀਬ ਦਾਸ ਜਾਣ ਕੇ, ਕਿਉਂਕਿ ਮਹਾਰਾਜ ਜੀ ਤਾਂ ਹੀ ਸਾਡੇ ਵਰਗੇ ਪਾਪੀਆਂ ਦਾ ਉਧਾਰ ਹੋ ਸਕੇਗਾ। ਜਿਸ ਤਰ੍ਹਾਂ ਸਾਧ ਸੰਗਤ ਜੀ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜੇ ਗੁਰੂ ਸਾਹਿਬ ਵੱਲ ਹੋ ਜਾਣ, ਚਾਹੇ ਸੰਸਾਰ ਦੀਆਂ ਲੱਖ ਬਾਹਾਂ ਇੱਕ ਪਾਸੇ ਹੋਣ, ਉਹ ਵੀ ਕੁਝ ਬੰਦੇ ਦਾ ਨਹੀਂ ਵਿਗਾੜ ਸਕਦੀਆਂ। ਹਜੂਰ ਕਿਰਪਾ ਕਰਨ ਮੰਝ ਕੁਚੱਜੀ। ਜਿਸ ਤਰ੍ਹਾਂ ਸਾਧ ਸੰਗਤ ਜੀ ਕੁਚੱਜੀ ਬਾਣੀ ਹਜੂਰ ਨੇ ਚਾਰਨ ਕੀਤੀ ਸੀ ਕਿ ਮਹਾਰਾਜ ਜੀ ਕੁਚੱਜੀ ਜਿਸ ਖਾਲਸਾ ਜੀ ਖੋਟੇ ਲੱਛਣਾਂ ਵਾਲੀ ਇਸਤਰੀ ਹੁੰਦੀ ਹੈ, ਹਜੂਰ ਸਾਡੀ ਐਸੀ ਹਾਲਤ ਹੋ ਗਈ ਹੈ, ਅਮਾਵਨ ਡੋਸੜੇ ਹਿਉਂ
ਕਿਉ ਸਹੁ ਰਾਵਣ ਜਾਓ ਜੀਓ। ਇੱਕ ਨਹੀਂ ਮਹਾਰਾਜ, ਅਣਗਿਣਤ ਸਾਡੇ ਵਿੱਚ ਦੋਸ਼ ਨੇ। ਅਸੀਂ ਕਿਸ ਤਰ੍ਹਾਂ ਆਪ ਜੀਆਂ ਦੀ ਪ੍ਰਾਪਤੀ ਕਰ ਸਕਦੇ ਹਾਂ। ਇੱਕ ਦੋ ਇੱਕ ਝੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਮਹਾਰਾਜ ਜੀ, ਆਪ ਜੀਆਂ ਦੇ ਦਰਬਾਰ ਵਿੱਚ ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦਾ ਸਿੱਖ ਆਉਂਦਾ ਹੈ। ਮਹਾਰਾਜ ਜੀ, ਮੇਰਾ ਤਾਂ ਉੱਥੇ ਕੋਈ ਨਾਂ ਵੀ ਨਹੀਂ ਜਾਣਦਾ। ਇਹ ਗਰੀਬ ਦਾਸ ਆਪ ਜੀਆਂ ਦੇ ਦਰ ਤੇ ਢਹਿ ਪਿਆ ਹੈ। ਆਪ ਆਪਣੇ ਹੁਣ ਬਿਰਧ ਦੀ ਲਾਜ ਰੱਖੋ, ਕਿਉਂਕਿ ਸਾਧ ਸੰਗ ਜੀ, ਜਦੋਂ ਸਤ ਸੰਗਤ ਵਿੱਚ ਆਈਏ, ਜੇ ਕਈ ਵਾਰ ਮਨ ਵਿੱਚ ਥੋੜਾ ਜਿਹਾ ਮਾਣ ਹੋਵੇ ਕਿ ਮੈਂ ਇੰਨਾ ਹੀ ਬਾਣੀ ਪੜ੍ਹਦਾ ਹਾਂ, ਉੱਥੇ ਕੁਝ ਐਸੇ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹਨ। ਜੇ ਆਪਾਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਦੋ ਵੀ ਮਿਲਦੇ ਹਨ। ਐਸੇ ਗੁਰਸਿੱਖ ਹੋਏ ਹਨ ਜੋ 31 ਸੁਖਮਨੀ ਸਾਹਿਬ ਦੇ ਵੀ ਪਾਠ ਕਰਦੇ ਹਨ, ਕਿਉਂਕਿ ਇੱਕ ਦੋ ਇੱਕ ਚੜ੍ਹੰਦੀਆਂ ਹਨ। ਇੱਥੋਂ ਚੜ੍ਹਦੇ ਤੋਂ ਚੜ੍ਹਦੇ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹਨ, ਤਾਂ ਮਨ ਦਾ ਮਾਣ ਵੀ ਨਾਸ ਹੋ ਜਾਂਦਾ ਹੈ। ਹਜ਼ੂਰ ਕਿਰਪਾ ਕਰਨ, ਹਜ਼ੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਇਹ ਸਾਧ ਸੰਗਤ ਜੀ, ਧਨਾਸਰੀ ਰਾਗ ਦੇ 4 ਸ਼ਬਦ ਸਨ ਜੋ ਹਜ਼ੂਰ ਨੇ ਉਚਾਰੇ। ਉਹਨਾਂ ਦੀ ਬੜੇ ਪ੍ਰੇਮ ਸਹਿਤ ਆਪ ਜੀਆਂ ਨੇ ਕਥਾ ਸ਼ਰਵਣ ਕੀਤੀ ਹੈ। ਅੱਗੇ ਜੈਤਸਰੀ ਰਾਗ ਵਿੱਚ ਹਜ਼ੂਰ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਭਾਗ ਲਾਉਂਦੇ ਹੋਏ ਜਿਸ ਤਰ੍ਹਾਂ ਸੰਗਤ ਨੂੰ ਨਿਹਾਲ ਕਰਨਗੇ, ਮਹਾਰਾਜ ਜੀ ਕਿਰਪਾ ਕਰਨਗੇ। ਆਉਣ ਵਾਲੇ ਸਮੇਂ ਵਿੱਚ ਮਹਾਰਾਜ ਜੀਆਂ ਦਾ ਜਸ ਸ਼ਰਵਣ ਕਰਾਂਗੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਤਤ ਧਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਅੰਮ੍ਰਿਤਮਈ ਗੁਰਬਾਣੀ ਦੀ ਪਾਵਨ ਕਥਾ ਸਰਵਣ ਕਰ ਰਹੇ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜੋ ਗੁਰਦੇਵ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਸਤਸੰਗ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰਿਓ, ਅਗਲੇ ਸਮੇਂ ਦੇ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਮੁਖ ਪਿਆਰਿਆਂ ਦੇ ਪਾਸੋਂ ਰੱਬੀ ਬਾਣੀ ਦੇ ਹਰ ਜਸ